ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। परम सन्मान आवर साहिब कमाल बारगाहे नायत के मालक कलयुगी जीवों के उद्धार करता साहिब सहाबा जोत रूप हर आप कल की तेर महिमा दे मालक सतगुरु श्री गुरु ग्रंथ साहिब महाराज जी दे महान मुबारक चरण कमलों च विराजमान गुरु प्यारी साध संगत, गुरुदेव जी की महान इनायत का सदका साडे सारियां दे सिर ते मेहरमतमई रखे हथ का सदका जीवन का अज का दिन भी प्राप्त होया और इस नवे दिन की जो नवे जन्म समान है इस शाम अजीजुल नवाज गनीमुल खराज पातशाह गुरु गोबिंद सिंह महाराज जी दे चरण कमलों की खाक दे नाम करना नसीब होया। सतगुरु जी की मेहर सदका सौदर चौंकी दे गायन हर कीरत हमरी रह रास आरती अरदास दे फिर साहिब जी दे मुबारक हुक्मनामे आपने झोली च पवाए हैं। कुछ समा होर मेरियां पीरियां दे दाते श्री अकाल पुरख जी दे महान तखत नूं संसार ते प्रगट करने वाले छेवें गुरु नानक गुरु हरगोबिंद साहिब महाराज जी दे महान जीवन बिरतांत अमृत जीवन कथड़ियाँ गुरु इतिहास विचार राहीं गुरु दीदार की प्राप्ति हो सके, इकाग्रता अदब ते आनंद दी दात झोली च पै सके। इसलिए जितने माता भ्राता हाजरीन हाजरी भर रहे हो, पेशतर छोटी जही ध्यान साधना है। दोवां हत्थां नूं हिरदे दे सामने जोड़ो, नेत्र बंद करके ऐसा गहराई तो महसूस करिए कि साडा सीस गुरु हरगोबिंद साहिब जी दे चरण कमलों ते टिकिया है ते साहिब जियां ने मेहर भरिया हथ साडे सिर ते रखिया होया। सतगुरु जी दे शब्द रूपी कदमां नूं गलवकड़ी करदियां चरण चुमदियां होया गुरु की अमृत फतेह द्वारा सांझ बनाइए। वाहिगुरु जी का खालसा वाहिगुरु जी की फतेह। कल तक सरवण करदियां गुरु की मेहर सदका बहुत सत्कार योग विद्वान तखत श्री हरमंदर जी दे पटना साहिब दे पंज प्यारे सिंह साहिब ज्ञानी सुखदेव सिंह जी तो बड़े विस्तार सहित आप जी ने कथा विचार सरवण किए। आपने इत्थों तक सरवण किया कि महाराज जी का युद्ध फतेह हो गया, जिस विच महाराज जी का एक घोड़ा भी नाल शहीद होया। कुछ दिन जंग नूं लंघ गए। महाराज गुरुसर महराज दे मुकाम ते बिराजे रहे ते आखण लगे साडा रणथंभ अस्थान है,
ਇੱਥੇ ਸਾਡਾ ਦਮਦਮਾ, ਇਹ ਸਾਡੇ ਯੁੱਧ ਭੂਮੀ ਦਾ ਨਿਸ਼ਾਨ ਅਸਥਾਨ ਹੈ। ਦੋਵੇਂ ਭਰਾ ਭਾਈ ਜੋਧ ਤੇ ਭਾਈ ਸਲੇਮ ਸ਼ਾਹ ਨੇ ਬੇਨਤੀਆਂ ਕੀਤੀਆਂ, ਮਹਾਰਾਜ ਹੁਣ ਹੋਰ ਸੈਨਾ ਨਹੀਂ ਆਉਣੀ। ਜਿਤਨਾ ਸਮਾਂ ਲੰਘਦਾ ਲੱਗਦਾ ਸ਼ਾਹਜਹਾਨ ਦਾ ਮਨ ਬਦਲ ਗਿਆ। ਜੇ ਹੋਰ ਸੈਨਾ ਆਉਣੀ ਹੁੰਦੀ ਤਾਂ ਹੁਣ ਆ ਜਾਣੀ ਸੀ। ਇਸ ਲਈ ਆਪ ਮਿਹਰ ਕਰੋ ਤੇ ਸਾਡੇ ਨਗਰ ਚਰਨ ਪਾਓ, ਸਾਡੇ ਨਗਰ ਨੂੰ ਪਵਿੱਤਰ ਕਰ ਦੇਵੋ। ਸਾਡਾ ਨਗਰ ਆਪ ਜੀ ਦੀ ਚਰਨ ਛੋਹ ਦਾ ਸਦਕਾ ਮਹਾਨ ਹੋ ਜਾਏ। ਮਹਾਰਾਜ ਕਹਿਣ ਲੱਗੇ, ਕੋਈ ਗੱਲ ਨਹੀਂ, ਇੱਕ ਦਿਨ ਆਵੇਗਾ, ਇੱਕ ਸਮਾਂ ਅਸੀਂ ਤੁਹਾਡੇ ਨਗਰ ਜ਼ਰੂਰ ਪਹੁੰਚਾਂਗੇ। ਇਸ ਤਰ੍ਹਾਂ ਬਚਨ ਬਿਲਾਸ ਚੱਲਦੇ ਰਹੇ ਤੇ ਮਹਾਰਾਜ ਸੱਚੇ ਪਾਤਸ਼ਾਹ ਤਿਆਰ ਹੋਏ। ਤੁਰੰਗ ਜਾਣ ਭਾਈ ਪਰ ਸੁੰਦਰ ਸਵਰਨ ਜਟਤ ਜੀਨ ਤਬ ਪਾਏ। ਸੋਹਣਾ ਸੋਨੇ ਜੜਿਆ ਜੀਨ ਕਾਠੀ ਮਹਾਰਾਜ ਜੀ ਨੇ, ਜਿਸ ਘੋੜੇ ਦਾ ਨਾਮ ਜਾਨ ਭਾਈ ਮਹਾਰਾਜ ਨੇ ਰੱਖਿਆ ਹੋਇਆ। ਦੂਜਾ ਸੁਹੇਲਾ ਘੋੜਾ ਸ਼ਹੀਦ ਹੋ ਗਿਆ ਸੀ ਇਸ ਜੰਗ ਵਿੱਚ। ਮਹਾਰਾਜ ਜੀ ਨੇ ਉਸ 'ਤੇ ਸੋਹਣੀ ਕਾਠੀ ਸੋਨੇ ਦੀ ਜੜੀ ਹੋਈ ਵਾ ਕੇ, ਭਾਈ ਸਾਹਿਬ ਜੀ ਨੇ ਬੜਾ ਸੋਹਣਾ ਲਿਖਿਆ, ਸਭ ਭੂਖਣ ਪਹਿਰਾਵਨ ਕੀਨੇ, ਕਰਿਓ ਸ਼ਿੰਗਾਰਨ ਰੁਚਰ ਬਣਾਏ। ਜੋ ਮਹਾਰਾਜ ਜੀ ਦੇ ਸੇਵਕਾਂ ਨੇ ਬਹੁਤ ਸੋਹਣਾ ਸ਼ਿੰਗਾਰਿਆ ਹੋਇਆ, ਹਰ ਤਰ੍ਹਾਂ ਨਾਲ ਉਹਦੀ ਸੇਵਾ ਕਰਦੇ ਨੇ। ਗੁਰਸਿੱਖ ਹਮੇਸ਼ਾ ਗੁਰੂ ਦੀ ਸੇਵਾ ਭਾਵਨਾ ਨਾਲ ਕਰਦਾ ਹੈ, ਪ੍ਰੇਮ ਨਾਲ ਕਰਦਾ ਹੈ। ਉਹਦਾ ਮਨ ਹੁੰਦਾ ਹੈ ਗੁਰੂ ਦੀ ਹਰ ਵਸਤੂ ਜ਼ਿਆਦਾ ਸੁਹਾਵਣੀ, ਜ਼ਿਆਦਾ ਪ੍ਰਭਾਵਸ਼ਾਲੀ ਤੇ ਜ਼ਿਆਦਾ ਮਨਮੋਹਣੀ ਹੋਵੇ। ਇਹ ਤੁਸੀਂ ਦੇਖ ਲਓ, ਮਹਾਰਾਜ ਜੀ ਦਾ ਪਾਵਨ ਸ੍ਰੀ ਹਰਿਮੰਦਰ ਤਖਤ ਸ੍ਰੀ ਪਟਨਾ ਸਾਹਿਬ ਜੀ ਬਿਰਾਜਮਾਨ ਨੇ। ਸੰਤ ਬਾਬਾ ਕਰਤਾਰ ਸਿੰਘ ਜੀ ਠੱਠੇ ਟਿੱਬੇ ਵਾਲਿਆਂ ਨੇ ਬੜਾ ਮਹਾਰਾਜ ਜੀ ਦਾ ਅਸੀਸ ਭਰਿਆ ਹੱਥ ਸਿਰ ਤੇ ਮਹਿਸੂਸ ਕਰਦਿਆਂ ਇਹ ਸੋਹਣੇ ਮੰਦਰ ਬਣਾਏ। ਤੇ ਫਿਰ 350 ਸਾਲਾਂ ਦੇ ਮਹਾਨ ਸਮਾਗਮ ਵੇਲੇ ਗੁਰੂ ਦੇ ਨਿਵਾਜੇ ਹੋਏ ਸੰਤ ਬਾਬਾ ਮਹਿੰਦਰ ਸਿੰਘ ਜੀ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ, ਇੰਗਲੈਂਡ ਵਾਲਿਆਂ ਨੇ ਸਾਰੀਆਂ ਬਾਹਰ ਪਰਿਕਰਮਾ ਵੀ 7 ਸੋਨੇ ਨਾਲ ਮੜ ਦਿੱਤੀ। ਇਹ ਬੰਬੇ ਇੱਕ ਭਾਈ ਜੈਮਲ ਸਿੰਘ ਜੀ ਦਾ ਪਰਿਵਾਰ ਹੈ। ਭਾਈ ਉਹਨਾਂ ਦੀ ਜਿਹੜੀ ਹੈ ਨਾ ਉਹ ਸੱਧ ਹੈਗੀ ਹੈ, ਸਾਰੇ ਉਹਨਾਂ ਨੂੰ ਭਾਈ ਜੀ ਦਾ ਪਰਿਵਾਰ ਕਰਕੇ ਕਹਿੰਦੇ ਨੇ। ਭਾਈ ਜੋਗਾ ਸਿੰਘ ਜੋ ਮਹਾਰਾਜ ਦੇ ਨਿਵਾਜੇ ਹੋਏ, ਉਹਨਾਂ ਦੇ ਪਰਿਵਾਰ ਵਿੱਚੋਂ ਹੈ ਹਰ ਸਾਲ ਜਿਹੜੀਆਂ ਮਹਾਰਾਜ ਜੀ ਦੇ ਪਾਵਨ ਚਿੱਤਰ ਤੇ ਸੁੱਚੇ ਮੋਤੀਆਂ ਦੀਆਂ ਬੇਸ਼ਕੀਮਤੀ ਮਾਲਾ ਆਪ ਦੇਖਦੇ ਹੋ, ਹਰ ਸਾਲ ਭੇਟਾ ਕਰਦੇ। ਫਿਰ ਸਵੇਰੇ ਗੁਰੂ ਕੇ ਸੇਵਾਦਾਰ ਗ੍ਰੰਥੀ ਸਾਹਿਬ ਇਸ ਤਰ੍ਹਾਂ ਇਹਨਾਂ ਨੂੰ ਸਜਾਉਂਦੇ ਨੇ ਕਿ ਸੋਹਣੀਆਂ ਲੱਗਣ, ਹੋਰ ਜ਼ਿਆਦਾ ਸੋਹਣੀਆਂ ਲੱਗਣ। 4 ਸਫੈਦ ਲੜੀਆਂ ਤੇ ਵਿਚਕਾਰ 2-2 ਦੇ ਵਿਚਕਾਰ ਲਾਲ ਮੋਤੀਆਂ ਦੀ ਲੜੀ ਲਗਾਈ ਜਾਂਦੀ ਹੈ ਬਈ ਹੋਰ ਜ਼ਿਆਦਾ ਸੋਹਣੀ ਲੱਗੇ, ਖੂਬਸੂਰਤ ਲੱਗੇ। ਇਸ ਤਰ੍ਹਾਂ ਗੁਰੂ ਕੇ ਸਿੱਖ ਮਹਾਰਾਜ ਜੀ ਦੇ ਹਰ ਵਸਤੂ ਦਾ ਹੀ ਸ਼ਿੰਗਾਰ ਕਰਦੇ। ਹਮ ਸਹਿ ਖੇਰੀਆਂ ਦਾਸੀਆਂ ਮਹਿਸੂਸ ਕਰਦੇ ਹੋਏ ਮਹਾਰਾਜ ਜੀ ਦੇ ਕਲਗੀ ਸਜਾਉਣੀ। ਪੁਰਾਤਨ ਸਮੇਂ ਤੋਂ ਇਹ ਤਖਤ ਸੱਚਖੰਡ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪੁਰਾਤਨ ਪਰੰਪਰਾ ਚੱਲੀ ਆ ਰਹੀ। ਹਰ ਚੀਜ਼ ਨੂੰ ਬੜੇ ਸਲੀਕੇ ਨਾਲ ਮਹਾਰਾਜ ਜੀ ਦੇ ਸ਼ਸਤਰ ਨੇ, ਬਸਤਰ ਨੇ, ਹੋਰ ਪਾਵਨ ਵਸਤੂਆਂ ਨੇ ਸਜਾਇਆ ਜਾਂਦਾ ਹੈ। ਕਾਰਨ ਕੀ ਹੈ ਬਈ ਸਿੱਖ ਦੀ ਭਾਵਨਾ ਹੈ ਬਈ ਸੋਹਣਾ ਲੱਗੇ, ਐਵੇਂ ਨਹੀਂ ਬੇ ਇੱਧਰ ਉੱਧਰ ਰੱਖ ਦਿੱਤਾ।
ਤੇ ਉਸ ਦੀ ਸੁੰਦਰਤਾ ਵਿੱਚ ਕੋਈ ਨਿਮਨਤਾ, ਕੋਈ ਨਿਊਨਤਾ ਦਿਖਾਈ ਪਵੇ। ਇਸ ਲਈ ਆਦਿ ਕਾਲ ਤੋਂ ਚੱਲਦਾ ਰਿਹਾ ਬਈ ਮਹਾਰਾਜ ਜੀ ਦੇ ਘੋੜੇ ਦੀ ਸ਼ਿੰਗਾਰ ਦੀ ਸੇਵਾ ਕਰਨੀ ਹੈ ਤੇ ਸਿੱਖਾਂ ਦੀ ਭਾਵਨਾ ਹੈ ਵੀ ਬਹੁਤ ਪ੍ਰੇਮ ਨਾਲ ਸ਼ਿੰਗਾਰਿਆ ਜਾਏ, ਹਰ ਤਰ੍ਹਾਂ ਨਾਲ ਉਸ 'ਤੇ ਸੋਹਣੀ ਹੀਰਿਆਂ ਜੜਤ ਸੋਨੇ ਦੀ ਕਾਠੀ ਪਾਈ ਗਈ। ਸਭ ਭੂਖਨ ਪਹਿਰਾਵਨ ਕੀਨੇ ਕਰਿਓ ਸ਼ਿੰਗਾਰਨ, ਰੁਚਿਰ ਬਣਾਏ। ਘੋੜਿਆਂ ਦਾ ਸ਼ਿੰਗਾਰ ਵੀ ਮਹਾਰਾਣੀਆਂ ਦੇ ਸ਼ਿੰਗਾਰ ਵਰਗਾ ਹੁੰਦਾ ਹੈ। ਉਹਨਾਂ ਦੇ ਵੱਖ-ਵੱਖ ਸਾਜ਼ ਉਹਨਾਂ ਨੂੰ ਕਹਿੰਦੇ ਨੇ, ਸਾਜ਼ ਸੱਜਾ ਦਾ ਸਮਾਨ। ਕੋਈ ਗਰੀਬ ਘੋੜੇ ਦਾ ਮਾਲਕ ਹੋਵੇ ਨਾ, ਟਾਂਗੇ ਆਮ ਚੱਲਦੇ ਸਨ ਪਿੰਡਾਂ 'ਚ, ਉਹ ਚਮੜੇ ਦੇ ਉਸ ਦੇ ਗਲ ਵਿੱਚ ਕੁਝ ਸ਼ਿੰਗਾਰ ਦੀਆਂ ਚੀਜ਼ਾਂ ਪਾ ਲੈਂਦੇ ਸੀ। ਬੈਲਾਂ ਨਾਲ ਖੇਤੀ ਹੁੰਦੀ ਸੀ ਤੇ ਕਿਸਾਨ ਆਪਣੇ ਬੈਲਾਂ ਦੇ ਗਲ ਵਿੱਚ ਟੱਲੀਆਂ ਵਾਲੀ ਮੇਲ ਪਾਉਂਦੇ। ਸੁਣੋ, ਸ਼ਿੰਗਾਰ ਹੈਗਾ ਵੀ ਨਾਲੇ ਬੈਲ ਸੋਹਣਾ ਲੱਗਦਾ ਹੈ, ਨਾਲੇ ਆਵਾਜ਼ ਆਉਂਦੀ। ਇਸ ਤਰ੍ਹਾਂ ਘੋੜੇ ਦੇ ਮਸਤਕ ਦਾ ਸ਼ਿੰਗਾਰ, ਗਰਦਨ ਦਾ ਸ਼ਿੰਗਾਰ, ਦੁਮਚੀ ਦਾ ਸ਼ਿੰਗਾਰ, ਉਹ ਜਿਹੜਾ ਸੀ ਮਹਾਰਾਜ ਜੀ ਦੇ ਵੇਲੇ ਵੀ ਸਿੱਖ ਕਰਦੇ ਰਹੇ ਤੇ ਉਹਦੇ ਸਾਰੇ ਉਹਨਾਂ ਨੂੰ ਘੋੜਿਆਂ ਦੇ ਗਹਿਣੇ ਕਰਕੇ ਜਿਹੜੇ ਨੇ ਉਹ ਜਾਣਿਆ ਜਾਂਦਾ ਹੈ। ਮਹਾਰਾਜ ਜੀ ਦੀ ਮਿਹਰ ਸਦਕਾ ਬਹੁਤ ਸਾਰੇ ਪਰਿਵਾਰਾਂ ਵਿੱਚ ਤੁਹਾਨੂੰ ਮਿਲ ਜਾਏਗਾ ਅੱਜ ਵੀ ਕੁਝ ਘੋੜਿਆਂ ਦਾ ਸ਼ਿੰਗਾਰ ਜੋ ਪੁਰਾਣੇ ਸਮੇਂ ਤੋਂ ਉਹਨਾਂ ਦੇ ਬਜ਼ੁਰਗਾਂ ਵੇਲੇ ਤੋਂ ਮੌਜੂਦ ਹੈ। ਇਸੇ ਤਰ੍ਹਾਂ ਮੈਂ ਅਰਜ਼ ਕਰਾਂ, ਸੰਤ ਬਾਬਾ ਨਿਧਾਨ ਸਿੰਘ ਜੀ ਦੇ ਅਸਥਾਨ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਉੱਥੇ ਵੀ ਘੋੜਿਆਂ ਦਾ ਸ਼ਿੰਗਾਰ ਦਾ ਸਮਾਨ ਤੁਹਾਨੂੰ ਮਿਲ ਜਾਏਗਾ, ਸ਼ੁੱਧ ਸੋਨੇ ਦਾ ਬਣਿਆ। ਇੱਕ ਚੌਹਾਨ ਕਰਕੇ ਸੱਜਣ ਸਨ, ਜੋੜਾ ਘਰ ਮੰਜੀ ਸਾਹਿਬ ਜੋੜਾ ਖਾਨਾ ਦੇ ਉਹ ਪ੍ਰਧਾਨ ਸਨ। ਉਹਨਾਂ ਨੇ ਮਹਾਰਾਜ ਜੀ ਦੇ ਵੇਲੇ ਦੇ ਘੋੜਿਆਂ ਦਾ ਸ਼ਿੰਗਾਰ ਸਾਜੋ ਸਮਾਨ ਉੱਥੇ ਭੇਟਾ ਕੀਤਾ, ਬਹੁਤ ਕੀਮਤੀ। ਹੁਣ ਵੀ ਉਹਨਾਂ ਦੇ ਪਰਿਵਾਰ ਦੇ ਕੋਲ ਉਹ ਸ਼ਿੰਗਾਰ ਮੌਜੂਦ ਨੇ। ਕਹਿਣ ਤੋਂ ਭਾਵ ਕਿ ਸਾਰੇ ਸ਼ਿੰਗਾਰ ਘੋੜੇ ਦੇ ਵੀ ਮਹਾਰਾਣੀਆਂ ਵਰਗੇ ਹੁੰਦੇ ਸਨ, ਮਹਾਰਾਜਿਆਂ ਵਰਗੇ ਹੁੰਦੇ ਸਨ। ਤੇ ਜਿਹੜਾ ਘੋੜਾ ਸਤਿਗੁਰੂ ਜੀ ਦੀ ਸਵਾਰੀ ਲਈ ਹੋਵੇ, ਉਹਨੂੰ ਸਿੱਖ ਕਿਤਨਾ ਸ਼ਿੰਗਾਰਦੇ ਸਨ, ਬਿਆਨ ਕਰਨ ਤੋਂ ਬਾਹਰ। ਇਸ ਢੰਗ ਨਾਲ ਸ਼ਿੰਗਾਰਨ ਰੁਚਨ ਬਰੁਚਰ ਬਣਾਏ, ਬੜਾ ਸੋਹਣਾ ਸ਼ਿੰਗਾਰ ਕੀਤਾ ਗਿਆ। ਸ੍ਰੀ ਹਰਗੋਬਿੰਦ ਬਸਤਰ ਸ਼ਸਤਰ ਸ਼ੁਭ ਸਜਤ ਬਿਭੂਖਣ ਤਨ ਸਮੁਦਾਇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਬਹੁਤ ਸੋਹਣੇ ਬਸਤਰ ਸ਼ਸਤਰ ਨਾਲ ਸਜੇ ਹੋਏ, ਜਿਨ੍ਹਾਂ 'ਤੇ ਵੱਖ-ਵੱਖ ਤਰ੍ਹਾਂ ਦੀ ਨਕਾਸ਼ੀ ਹੋਈ ਹੈ। ਸ਼ਸਤਰਾਂ ਨੂੰ ਵੀ ਸਜਾਇਆ ਜਾਂਦਾ ਸੀ। ਉਹਨਾਂ ਦੇ ਦਸਤੇ 'ਤੇ, ਮੁੱਠੀ 'ਤੇ ਸੋਹਣੀ ਨਕਾਸ਼ੀ, ਸੋਨੇ ਦੀ ਹੋਰ ਹੀਰੇ ਆਦਿਕ ਜੜੇ ਜਾਂਦੇ ਸਨ। ਉਹ ਸੋਹਣੇ ਸਜੇ ਹੋਏ ਸ਼ਸਤਰ ਬਸਤਰ ਮਹਾਰਾਜ ਜੀ ਨੇ ਪਹਿਨੇ ਨੇ। ਔਰ ਭਏ ਅਰੂੜਨ ਗਮਨ ਕੀਨ ਤਬ ਚੜੀ ਬਾਹਣੀ ਦੁੰਦਬ ਵਾਏ। ਇਸ ਤਰ੍ਹਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਨਥਾਣਾ ਗ੍ਰਾਮ ਜੋ ਭਾਈ ਜੋਧ ਰਾਏ ਸਲੇਮ ਸ਼ਾਹ ਦਾ ਸੀ, ਉਧਰ ਨੂੰ ਰਵਾਨਗੀ ਵਾਸਤੇ ਤਿਆਰ ਹੋਏ ਹਨ। ਅਗਲੀ ਕਥਾ ਸਰਵਣ ਕਰੀਏ। ਪੇਸ਼ਤਰ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਗੱਜ ਕੇ ਆਖੋ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਗ੍ਰਾਮ ਨਿਥਾਣਾ ਹੁਤੋ ਨਿਕਟ ਹੀ, ਤਿਸ ਮੈਂ ਕਾਲਨਾਥ ਰਹੰਤ। ਇੱਕ ਲਾਗੇ ਨਿਥਾਣਾ ਨਾਮ ਦਾ ਨਗਰ ਸੀ। ਉੱਥੇ ਇੱਕ ਮਹੰਤ ਸੀ ਜਿਹਦਾ ਨਾਮ ਕਾਲੂ ਨਾਥ ਸੀ, ਉਹ ਰਹਿੰਦਾ ਸੀ। ਇੱਕ ਨਰ ਪਠਿਓ ਕਹਿਓ ਸ੍ਰੀ ਸਤਗੁਰ, ਤਿਸ ਕੋ ਪਰਖੋ ਜਾਏ ਕੰਤ। ਇੱਕ ਮਨੁੱਖ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭੇਜਿਆ, ਆਖਿਆ ਜਾਓ ਇਕੱਲੇ ਵੱਖਰੇ ਜੇ ਜਾ ਕੇ ਉਸ ਨੂੰ ਪਰਖੋ ਵੀ ਇਹਦੇ ਵਿੱਚ ਕੋਈ ਕਣੀ ਹੈ ਕਿ ਨਹੀਂ। ਭਾਵੇਂ ਸਤਿਗੁਰੂ ਸਾਰੀ ਖੇਡ ਜਾਣਦੇ ਨੇ, ਪਰ ਕਦੀ ਕਦੀ ਆਮ ਮਨੁੱਖਾਂ ਵਰਗਾ ਵੀ
ਵਰਤਾਰਾ ਕਰ ਲੈਂਦੇ ਨੇ। ਇਸ ਤਰ੍ਹਾਂ ਮਹਾਰਾਜ ਜੀ ਨੇ ਭੇਜਿਆ ਵੀ ਦੇਖੋ ਕੋਈ ਕਣੀ ਹੈ ਕਿ ਨਹੀਂ ਹੈ। ਹਮਰੀ ਸੁਧ ਦੋ ਬਹਿਰ ਸਿਵਰ ਹੋਏ, ਨਾਲੇ ਸਾਡੀ ਉਹਨੂੰ ਖਬਰ ਦੇਵੋ ਵੀ ਅਸੀਂ ਆ ਰਹੇ ਹਾਂ ਤੇ ਬਾਹਰ ਟਿਕਾਣਾ ਕਰਾਂਗੇ। ਮਿਲੇ ਆਨਿਓ ਲਖੋ ਮਤੰਤ, ਤੇ ਸਾਨੂੰ ਆਣ ਕੇ ਮਿਲੇ ਸਾਡਾ ਮਕਸਦ ਹੈ। ਸੁਨ ਗਮਨਿਓ ਗੁਰ ਤੋ ਸੋ ਪੂਰਬ, ਉਹ ਸਿੱਖ ਉਹ ਨਰ ਮਨੁੱਖ ਮਹਾਰਾਜ ਜੀ ਦੇ ਚੱਲਣ ਤੋਂ ਪਹਿਲਾਂ ਹੀ ਚੱਲ ਪਿਆ ਹੈ। ਹਿਦੇ ਮਨੋਰਥ ਕੋ ਚਿਤਵੰਤ, ਤੇ ਮਨ ਵਿੱਚ ਇੱਕ ਉਸਨੇ ਮਨੋਰਥ ਚਿਤਵਿਆ ਹੈ। ਤੈਨੂੰ ਗੌਰ ਦੂਧ ਕੋ ਦੋਹਿ ਕਰ, ਔਰ ਇਸ ਤਰ੍ਹਾਂ ਦੇ ਨਾਲ ਉਹਨੇ ਸੋਚਿਆ ਵੀ ਜਿਹੜੀ ਇਹਦੀ ਗੋਰੀ ਗਾਂ ਹੈ ਉਹਦਾ ਦੁੱਧ ਚੋ ਕੇ ਮੋਹਿ ਕਰਾਵੇ ਪਾਨ ਜਿਲਿਆਏ। ਜੇ ਤਾਂ ਇਹ ਮੈਨੂੰ ਗੋਰੀ ਗਊ ਜਿਹੜੀ ਹੈਗੀ ਉਹਦਾ ਦੁੱਧ ਚੋ ਕੇ ਲਿਆ ਕੇ ਤੇ ਮੈਨੂੰ ਸਕਾ ਦੇਵੇ, ਆਪਣੇ ਮਨ ਵਿੱਚ ਇਹ ਮਤਾ ਬਣਾ ਲਿਆ ਤੋ ਅਜਮਤ ਜੁਤਨਾਥ ਪਛਾਨੋ, ਤੇ ਫਿਰ ਮੈਂ ਸਮਝਾਂਗਾ ਵੀ ਇਹਨੇ ਮੇਰੇ ਮਨ ਦੀ ਗੱਲ ਜਾਣ ਲਈ ਹੈ ਤੇ ਕਰਾਮਾਤੀ ਭਾਵ ਦੂਜੇ ਦੇ ਮਨ ਦੀ ਜਾਣਨ ਵਾਲਾ ਹੈ। ਪਹੁੰਚਿਓ ਨਿਕਟ ਚਿਤਵ ਇਸ ਪਾਏ, ਸਾਧ ਸੰਗਤ ਇਸ ਤਰ੍ਹਾਂ ਦੀਆਂ ਕਰਾਮਾਤਾਂ ਕੋਈ ਵੱਡੀ ਗੱਲ ਨਹੀਂ। ਗੁਰੂ ਪਾਤਸ਼ਾਹ ਜੀ ਦੇ ਘਰ ਦੇ ਤਾਂ ਜਿਹੜੇ ਸੰਗਤ ਦੇ ਜੋੜੇ ਨੇ ਉਹਨਾਂ ਦੀ ਧੂੜ ਵਿੱਚ ਵੀ ਕਰਾਮਾਤਾਂ ਸ਼ਕਤੀਆਂ ਨੇ, ਵੱਡੀਆਂ ਬਰਕਤਾਂ ਨੇ। ਧੂੜੀ ਵਿੱਚ ਲੁੜੰਦੜੀ ਸੋਹਾ ਨਾਨਕ ਤੈ ਸਹਿ ਨਾਲੇ। ਮਹਾਰਾਜ ਤੇ ਸਗੋਂ ਮੰਗਦੇ ਨੇ ਅੰਤਰ ਜਾਮੀ ਪੁਰਖ ਵਿਧਾਤੇ, ਸਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੋਰੇ। ਮਹਾਰਾਜ ਜੀ ਦੇ ਤੇ ਸੰਗਤਾਂ ਦੇ ਜੋੜਿਆਂ ਦੇ ਖਾਕ ਵਿੱਚ ਵੀ ਕਰਾਮਾਤਾਂ, ਅਨੇਕਾਂ ਦੇ ਰੋਗ ਇਹ ਖਾਕ ਮਸਤਕ ਤੇ ਲਾਉਣ ਨਾਲ ਠੀਕ ਹੋਏ। ਬਰਕਤਾਂ ਇਨਾਇਤਾਂ ਨਾਲ ਝੋਲੀਆਂ ਭਰ ਗਈਆਂ ਔਰ ਰਹਿਮਤਾਂ ਬਰਸ ਪਈਆਂ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕੋਈ ਵੱਡੀ ਗੱਲ ਨਹੀਂ ਹੈ ਕੋਈ ਕਰਾਮਾਤ ਹੋ ਜਾ, ਕੋਈ ਸਿੱਧੀ ਹੋ ਜਾਣਾ। ਕਈ ਦਫਾ ਇਹੋ ਜਿਹੀਆਂ ਸਿੱਧੀਆਂ ਪਾ ਕੇ ਮਨ ਅਭਿਮਾਨੀ ਵੀ ਹੋ ਜਾਂਦਾ, ਤੀਰਖਾ ਵੀ ਨਹੀਂ ਜਾਂਦੀ, ਬਣੀ ਰਹਿੰਦੀ ਹੈ। ਇਸ ਤਰ੍ਹਾਂ ਦੇ ਨਾਲ ਕੋਈ ਵੱਡੀ ਗੱਲ ਨਹੀਂ ਹੈ ਵੀ ਕਿਸੇ ਦੀ ਦਿਲ ਦੀ ਪ੍ਰਾਕਾਮਿਆ ਕਿਸੇ ਦੀ ਅਵਸਥਾ ਨੂੰ ਜਾਣ ਲੈਣ। ਇਸ ਤਰ੍ਹਾਂ ਅਣੀਮਾ ਲਘੂਮਾ ਮਹਿਮਾ ਇਤਿਆਦਿਕ ਸਿੱਧੀਆਂ ਦਾ ਜ਼ਿਕਰ ਹੈ। ਮਿਲਿਓ ਜਾਏ ਕਰ ਬੰਧਨ ਬੈਠਿਓ, ਇਹ ਜਿਹੜਾ ਸੱਜਣ ਸੀ ਇਹ ਜਾ ਕੇ ਉਸ ਮਹੰਤ ਨੂੰ ਜਿਹਦਾ ਨਾਮ ਕਾਲੂ ਨਾਥ ਹੈ ਨਮਸਕਾਰ ਕਰਕੇ ਬੈਠ ਗਿਆ। ਅਬ ਕਾਲੂਰ ਮੈਂ ਲਖ ਪਾਏ, ਫਿਰ ਕਾਲੂ ਹਿਰਦੇ ਵਿੱਚ ਲਿਖ ਸਮਝ ਕੇ ਕਰ ਸਨਮਾਨ ਬੂਝ ਗੁਰ ਗਾਥਾ, ਚੰਗੀ ਤਰ੍ਹਾਂ ਉਹਨੇ ਸਨਮਾਨ ਨਾਲ ਬਿਠਾਇਆ ਤੇ ਗੁਰੂ ਸਾਹਿਬ ਬਾਰੇ ਪੁੱਛਿਆ ਹੈ। ਸਥਾ ਤੁਰਕ ਘਮਸਾਨ ਮਚਾਏ, ਜਿਵੇਂ ਤੁਰਕਾਂ ਨਾਲ ਜੰਗ ਹੋਇਆ ਕਮਸਾਨ ਦਾ। ਹੁਣ ਉਠ ਗੌਰ ਬਰਨ ਕੀ ਸੁਰ ਵੀ, ਗੱਲਬਾਤ ਕਰਦਿਆਂ ਕਰਦਿਆਂ ਫਿਰ ਉਹ ਕਾਲੂ ਨਾਥ ਉੱਠਿਆ ਤੇ ਜਿਹੜੀ ਗਊ ਬਾਰੇ ਉਹਨੇ ਸੋਚਿਆ ਸੀ ਕਿ ਜੇ ਮੈਨੂੰ ਇਹਦਾ ਦੁੱਧ ਪਿਲਾਵੇ, ਉਹ ਜਿਹੜੀ ਗੋਰੀ ਗਊ ਹੈ ਤੇ ਦਿਖਾਏ ਕਰ ਦੋਹਨ ਕੀ, ਉਹਦੇ ਸਾਹਮਣੇ ਲਿਆ ਕੇ ਨਾ ਜਿਹੜਾ ਸੱਜਣ ਗਿਆ ਸੀ ਉਹਦੇ ਸਾਹਮਣੇ ਉਹਦਾ ਦੁੱਧ ਚੋਇਆ। ਤਪਤ ਠਾਨ ਤਬ ਪਾਨ ਕਰਨ ਕੋ, ਔਰ ਇਸ ਤਰ੍ਹਾਂ ਦੇ ਨਾਲ ਪਹਿਲੇ ਉਸ ਦੁੱਧ ਨੂੰ ਗਰਮ ਕੀਤਾ, ਫਿਰ ਠੰਡਾ ਕਰਕੇ ਤੇ ਫਿਰ ਇਹਦੇ ਛਕਣ ਵਾਸਤੇ ਸ੍ਰੀ ਸਤਿਗੁਰ ਕੋ ਨਰ ਕੋ ਦੀ, ਜਿਹੜਾ ਮਹਾਰਾਜ ਜੀ ਵੱਲੋਂ ਸੱਜਣ ਆਇਆ ਉਸ ਨੂੰ ਦਿੱਤਾ, ਕਿਹਾ ਲਓ ਇਹ ਦੁੱਧ ਛਕ ਲਵੋ। ਭਾਵ ਉਹਦੇ ਮਨ ਦੀ ਜਿਹੜੀ ਗੱਲ ਸੀ ਉਹ ਜਾਣ ਲਈ ਤੇ ਜਿਹੜੀ ਗਊ ਦਾ ਉਹਨੇ ਸੋਚਿਆ ਸੀ ਉਹਦਾ ਹੀ ਦੁੱਧ ਚੋ ਕੇ ਤੇ ਉਹਦੇ ਅੱਗੇ ਰੱਖ ਦਿੱਤਾ। ਪਤ ਹੋਏ ਕਰ ਜਾਣਿਓ ਮਨ ਮਹਿ, ਇਸ ਤਰ੍ਹਾਂ ਇਹ ਸੱਜਣ ਨੇ ਦੁੱਧ ਛਕਿਆ ਤੇ ਪ੍ਰਸੰਨ ਹੋਇਆ, ਰੱਜਿਆ ਤੇ ਮਨ ਵਿੱਚ ਸਮਝਿਆ ਕਾਲੂ ਕਰਾਮਾਤ ਮੈਂ ਪੀਨ, ਇਹ ਕਾਲੂ ਜਿਹੜਾ ਹੈ ਕਰਾਮਾਤਾਂ ਵਿੱਚ ਪੀਨ ਜਾਣ ਵੱਡੀਆਂ ਕਰਾਮਾਤਾਂ ਵਾਲਾ ਹੈ। ਸ੍ਰੀ ਹਰਿ ਗੋਬਿੰਦ ਕੋ ਆਗਵਨੂ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਇਹਦੇ ਨਗਰ ਨਿਥਾਣਾ ਆਉਣਾ ਕਰਿਓ ਸੁਨਾਵਨ ਸੁਮਤ ਪ੍ਰਵੀਨਾ, ਬੜੇ ਢੰਗ ਨਾਲ ਸੁਮਤਵਾਨ ਤਰੀਕੇ ਨਾਲ
ਇਸ ਪ੍ਰਵੀਨ ਪੁਰਖ ਨੇ ਉਸ ਕਾਲੂ ਨੂੰ ਸੁਣਾਇਆ। ਸਾਧ ਸੰਗਤ ਗੱਲ ਕਰਨ ਦਾ ਢੰਗ ਹੀ ਹੁੰਦਾ ਹੈ, ਹੋਰ ਕੀ ਹੁੰਦਾ। ਬੜੇ ਬੜੇ ਲੋਕ ਨੇ, ਉਹ ਗੱਲ ਕਰਦਿਆਂ ਹੀ ਆਪਣੀ ਗੱਲ ਵਿਗਾੜ ਲੈਂਦੇ ਨੇ, ਤੇ ਬੜੇ ਸਿਆਣੇ ਲੋਕ ਨੇ ਜਿਹੜੀ ਵਿਗੜੀ ਹੋਈ ਗੱਲ ਨੂੰ ਗੱਲਬਾਤ ਕਰਕੇ ਫਿਰ ਸਵਾਰ ਲੈਂਦੇ। ਇਹ ਜ਼ਬਾਨ ਹੀ ਤੇ ਐਸੀ ਹੈ। ਸਾਡੇ ਪਿੰਡਾਂ ਦੀ ਕਹਾਵਤ ਹੈ ਵੀ ਇਹ ਜ਼ਬਾਨ ਤਖਤ ਤੇ ਵੀ ਬਿਠਾ ਦਿੰਦੀ ਹੈ ਤੇ ਖੋਤੇ ਤੇ ਵੀ ਚੜਾ ਦਿੰਦੀ। ਜਿਹੋ ਜਿਹੀ ਜ਼ਬਾਨ ਹੋਵੇ ਉਹ ਜਿਹਾ ਅੱਗੋਂ ਮਾਣ ਸਨਮਾਨ ਮਿਲ ਜਾਂਦਾ। ਜਿਸ ਤਰ੍ਹਾਂ ਦੇ ਕੋਈ ਬੋਲ ਕਹਿੰਦਾ ਉਹ ਜੇ ਅੱਗੋਂ ਸੁਣਾਈ ਪੈਂਦੇ ਨੇ। ਇਸ ਲਈ ਸਿੱਖ ਨੇ ਬੜੀ ਪ੍ਰਵੀਨਤਾ ਨਾਲ, ਢੰਗ ਨਾਲ ਦੱਸਿਆ ਵੀ ਮਹਾਰਾਜ ਇੱਧਰ ਪਧਾਰ ਰਹੇ ਹਨ। ਨਮੋ ਕੀਨ ਪੁਰ ਤੇ ਜਬ ਨਿਕਸਿਓ। ਔਰ ਇਸ ਤਰ੍ਹਾਂ ਕਹਿੰਦਾ ਜਦ ਮੱਥਾ ਟੇਕ ਕੇ ਨਿਕਲਿਆ ਹੈ ਨਗਰ ਚੋਂ, ਇਤਨੇ ਵਿਖੇ ਗੁਰੂ ਚਲਿਆ। ਇਹ ਕਾਲੂ ਮਹੰਤ ਨੂੰ ਨਮਸਕਾਰ ਕਰਕੇ ਉੱਥੋਂ ਨਿਕਲਿਆ ਬਾਹਰ, ਤੇ ਇੰਨੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਮੇਰੀਆਂ ਪੀਰੀਆਂ ਦੇ ਦਾਤੇ ਸਤਿਗੁਰੂ ਇਹਦੇ ਨਗਰ ਨਿਥਾਣਾ ਆ ਗਏ ਹਨ। ਬ੍ਰਿੰਦ ਤੁਰੰਗਮ ਕੀ ਸਭ ਸੈਨਾ। ਬਹੁਤ ਸਾਰੇ ਘੋੜੇ ਨੇ ਮਹਾਰਾਜ ਜੀ ਦੇ ਕੋਲ ਤੇ ਸੈਨਾ ਨਾਲ ਹੈ। ਜੋਧ ਸਮੇਤ ਸੁਬਟ ਸਮੁਦਾਇ। ਭਾਈ ਜੋਧ ਰਾਏ, ਸਲੇਮ ਸ਼ਾਹ ਆਦਿਕ ਬਹੁਤ ਸਾਰੇ ਸੂਰਮੇ ਬਹਾਦਰ ਬਾਬਾ ਬਿਧੀ ਚੰਦ ਜੀ ਵਰਗੇ ਨਾਲ ਹਨ। ਜੀਤੇ ਜੰਗ ਆਨੰਦ ਉਮੰਗਤ। ਕਿਉਂਕਿ ਸਾਰਿਆਂ ਨੇ ਜੰਗ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਤੇ ਸਾਰਿਆਂ ਦਾ ਮਨ ਆਨੰਦਿਤ ਹੈ। ਇਹ ਗੱਲ ਹੁੰਦੀ ਹੈ ਸਾਧ ਸੰਗਤ, ਜੇ ਕਿਸੇ ਬਾਦਸ਼ਾਹ ਦੀ ਸੈਨਾ ਹੋਵੇ ਤੇ ਜੇ ਉਹਨਾਂ ਨੂੰ ਇਨਾਮ ਇਕਰਾਮ ਪੂਰਾ ਨਾ ਮਿਲੇ ਜੰਗ ਜਿੱਤਣ ਤੋਂ ਬਾਅਦ, ਉਹਨਾਂ ਦੇ ਮਨ ਵਿੱਚ ਅਫਸੋਸ ਹੁੰਦਾ ਬਈ ਸਾਨੂੰ ਤਾਂ ਮਾਣ ਦਿੱਤਾ ਹੀ ਨਹੀਂ ਗਿਆ, ਫਲਾਣੇ ਨੂੰ ਹੀ ਦੇ ਦਿੱਤਾ ਹੈ, ਉਹਨੂੰ ਹੀ ਵੱਡਾ ਕਰ ਦਿੱਤਾ ਹੈ। ਪਰ ਇੱਥੇ ਕਿਉਂਕਿ ਸੈਨਾ ਮਹਾਰਾਜ ਦੇ ਸਿੱਖ ਨੇ, ਸਮਰਪਿਤ ਨੇ, ਔਰ ਅਕਾਲ ਪੁਰਖ ਦਾ ਰੂਪ ਉਹਨਾਂ ਨੂੰ ਗੁਰੂ ਮਿਲੇ ਹੋਏ ਨੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਇਸ ਲਈ ਉਹ ਬੜੇ ਪ੍ਰਸੰਨ ਨੇ ਸਾਰੇ, ਤੇ ਬੜੇ ਆਨੰਦ ਵਿੱਚ ਨੇ, ਉਮੰਗ ਵਿੱਚ ਨੇ, ਉਤਸ਼ਾਹ ਵਿੱਚ ਹਨ। ਆਵਤ ਦੁੰਧਬ ਸ਼ਬਦ ਉਠਾਏ। ਆਉਂਦਿਆਂ ਹੋਇਆਂ ਨਗਾਰੇ ਵੱਜਦੇ ਆ ਰਹੇ ਨੇ, ਜਿਹਦੀ ਧੁਨ ਦੂਰੋਂ ਹੀ ਸੁਣਾਈ ਪੈ ਰਹੀ ਹੈ। ਭੂਲੇ ਆਕਾਸ਼ ਚੜਤ ਤਿਤ ਦਿਸ ਮੈਂ। ਜਿੱਧਰੋਂ ਮਹਾਰਾਜ ਜੀ ਦਾ ਦਲ ਸੈਨਾ ਆ ਰਹੀ ਹੈ, ਘੋੜਿਆਂ ਦੇ ਪੈਰਾਂ ਦੇ ਨਾਲ ਧੂੜ ਜਿਹੜੀ ਹੈ ਦੂਰ ਤੱਕ ਉੱਚੀ ਅਸਮਾਨ ਤੱਕ ਉੱਡ ਰਹੀ ਹੈ। ਤਰਨ ਪ੍ਰਕਾਸ਼ ਟਾਪ ਤੋਂ ਜਾਏ। ਔਰ ਇਸ ਤਰ੍ਹਾਂ ਦੇ ਨਾਲ ਮਾਨੋ ਜਿਹੜਾ ਰੋਸ਼ਨੀ ਹੈ ਨਾ, ਪ੍ਰਕਾਸ਼ ਹੈਗਾ। ਭਾਈ ਸਾਹਿਬ ਜੀ ਨੇ ਬੜਾ ਸੋਹਣਾ ਲਿਖਿਆ ਬਈ ਉਹ ਸੁੰਦਰ ਪ੍ਰਕਾਸ਼ ਨੂੰ ਇਹ ਧੂੜ ਢੱਕ ਰਹੀ ਹੈ, ਭਾਵ ਆਸਮਾਨਾਂ ਤੱਕ ਇਹ ਦਿਖਾਈ ਪੈ ਰਹੀ ਹੈ। ਸੁੰਦਰ ਥਲ ਬਿਲੋਕ ਜਲ ਕਲ ਕੋ। ਇਸ ਤਰ੍ਹਾਂ ਗੁਰੂ ਦੇਵ ਪਾਤਸ਼ਾਹ ਜੀ ਸੋਹਣਾ ਥਾਂ ਵੇਖ ਕੇ, ਜਿੱਥੇ ਜਲ ਵੀ ਹੈਗਾ ਹੈ, ਕਰਿਓ ਨਿਵੇਸ਼ ਗੁਰੂ ਜਗਰਾਏ। ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਉਤਾਰਾ ਕੀਤਾ ਹੈ। ਤੇਰੀ ਜੁਤ ਵਿਸਤਾਰ ਬਾਹਨੀ। ਤੇ ਬਹੁਤ ਵੱਡੀ ਵਿਸਤਾਰ ਸੈਨਾ ਮਹਾਰਾਜ ਜੀ ਦੀ ਨਾਲ ਉਤਰੀ ਹੈ। ਨਿਜ ਮਿਸਲ ਮਿਲੇ ਸਭ ਆਏ। ਆਪਣੇ ਆਪਣੇ ਜਥਿਆਂ ਵਿੱਚ ਆ ਕੇ ਸਾਰੇ ਮਿਲ ਗਏ ਹਨ, ਇਕੱਠੇ ਹੋਏ ਹਨ। ਜੀਨ ਉਤਾਰ ਸ਼ਸਤਰ ਪਟ ਧਰ ਕਰ। ਘੋੜਿਆਂ ਦੀਆਂ ਕਾਠੀਆਂ ਉਤਾਰ ਕੇ ਉੱਚੇ ਥਾਂ ਰੱਖਦੇ ਨੇ, ਥੱਲੇ ਨਹੀਂ ਰੱਖਦੇ, ਕਿਉਂਕਿ ਮਹਾਰਾਜ ਦੇ ਬਖਸ਼ੇ ਹੋਏ ਘੋੜੇ ਨੇ, ਤੇ ਮਹਾਰਾਜ ਦੇ ਘੋੜਿਆਂ ਦਾ ਸਾਜੋ ਸ਼ਿੰਗਾਰ ਵੀ ਮਹਾਰਾਜ ਦਾ ਬਖਸ਼ਿਆ ਹੋਇਆ, ਇਸ ਲਈ ਉਹ ਵੀ ਭਗਤੀ ਭਾਵ ਬਣ ਜਾਂਦਾ। ਤੁਸੀਂ ਪ੍ਰਸ਼ਾਦਾ ਹੀ ਛਕਦੇ ਹੋ ਨਾ, ਤੇ ਅਰਦਾਸ ਕਰਕੇ ਛਕ ਲਓ, ਇਹ ਸਮਝ ਕੇ ਬਈ ਹੇ ਗੁਰੂ ਤੇਰੀ ਦਰਗਾਹ ਤੋਂ ਭੋਜਨ ਪ੍ਰਾਪਤ ਹੋਇਆ, ਤੁਹਾਡੀ ਰਸਨੀ ਲਾਇਕ ਹੋਵੇ, ਭੋਗ ਲੱਗੇ, ਇਤਨਾ ਕਹਿਣ ਨਾਲ ਹੀ ਉਹ ਭੋਜਨ ਕਰਨਾ ਬੰਦਗੀ ਬਣ ਜਾਂਦਾ। ਦਸਤਾਰ ਸਜਾ ਰਹੇ ਹੋ, ਦਸਤਾਰ ਦਾ ਪਹਿਲਾ ਲੜ ਸੀਸ ਤੇ ਰੱਖਿਆ ਤੇ ਮਹਾਰਾਜ ਦਾ ਸ਼ੁਕਰਾਨਾ ਕਰ ਲਓ ਅਰਦਾਸ ਰੂਪ ਵਿੱਚ ਵੀ ਸੱਚੇ ਪਾਤਸ਼ਾਹ ਦਸਤਾਰ ਬਖਸ਼ਣ ਵਾਲਾ ਤੂੰ ਹੀ। ਹੋਰ ਕਿਸੇ ਅਵਤਾਰ ਨੇ ਆਪਣੇ ਪੈਰੋਕਾਰਾਂ ਨੂੰ, ਕਿਸੇ ਪੈਗੰਬਰ ਨੇ ਦਸਤਾਰ ਨਹੀਂ ਬਖਸ਼ੀ। ਉਹ ਕੁੱਲੇ ਆਦਿਕ, ਟੋਪੀਆਂ ਆਦਿਕ ਦਿੰਦੇ ਰਹੇ, ਕੁੱਲਾ ਦਿੰਦੇ ਬਾਵਲੇ, ਲੈਂਦੇ ਵੱਡੇ ਨਿਲਜ, ਕੋਈ ਕੁੱਲਾ, ਕੋਈ ਟੋਪੀ, ਕੋਈ ਲੰਗੋਟੀ, ਇਹੋ ਜਿਹੀਆਂ ਚੀਜ਼ਾਂ ਦੇ ਦਿੰਦੇ ਰਹੇ। ਇਸ ਧਰਤੀ ਤੇ ਆਪਣੇ ਅਨੁਯਾਈ ਸੇਵਕਾਂ ਨੂੰ
अगर दस्तार का सन्मान किसे दिता है तो गुरु पातशाह ने दिता, होर किसी ने नहीं दिता। होर किसी को है नहीं सी, दिंदे कितों? किसी ने तो अपने सिर च सुआह पाई हुई सी, वो चेलियां दे ही पाउंदा रहा। किसी ने अपने कन सुरे मार मार के जख्मी किते, चेलियां दे भी करदा रहा। ना किसी नूं अमृत मिलिया, ना किसी नूं दस्तार मिली। ये अमृत गुरु नानक पातशाह जी का 10वां जामा। पहले 9 जामिया तक चरनामृत की प्रथा रही, तो 10वें जामे गुरु पातशाह ने जे सुर नर मुनजन अमृत खोजदे सो अमृत गुर ते पाया। अपने खंडे विचों वो अमृत का सोमा प्रगट किया ते बाटा भर लिया, ते सेवकां नूं अमृत की दात दे दी, जिन्हों असीं खंडे बाटे का अमृत कहते हैं। इसलिए खंडे का कहने क्योंकि अमृत का सोमा गुरु दे दस्ते मुबारक दे स्पर्श सदका खंडे विचों ही प्रगट होया, बाहरों नहीं कितों आया। महाराज जी की आत्मक शक्ति, आत्मक बल, उन्होंने पावन स्पर्श सदका खंडे चों ही प्रगट होया। इसलिए असीं कहने भी खंडे का अमृत है, खंडे का अमृत है। गुरु पातशाह ने इस तरह प्रगट किया। होर कोई अवतार, कोई पैगंबर, कोई औलिया अमृत नहीं प्रगट कर सकिया। ये अमृत का सोमा गुरु गोबिंद सिंह ने प्रगट किया ते नाले दस्तार बख्शी। आख्या दस्तार सिर ते सजाउणी है, ते सोहनी दस्तार सजाउणी है। भाई जी ने ते लिख भी दिता कि पाग चुने कर बंद दई। सोहनी पग दस्तार सजावे गुरु का सिख, फिर उन्होंने दुख नहीं प्राप्त होता। ये नहीं भी लपेटा जिहा मार ले, अद्धे वाल बाहर लमके होण, अद्धे अंदर होण, ते सिर खुत्था जिहा लगे। जिन्ना सोहना दस्तारा सजाओगे उन्नी गुरु थोड़ी संसार विच इज्जत वधा देवेगा, सन्मान वध जाएगा। ते दस्तार दस्ते यार गुरु का हथ है साडे सिर। महाराज जी ने यह सन्मान अपने सिखां दी झोली च पाया, सन्मान नाल निवाजिया है। इस तरह सजियां होइयां निवाजियां होइयां जड़ियां सेनावां ने अपने अपने जत्थियां विच आ पहुंचियां ने, जिन्हां दे सिरां ते दस्तार ने, जीन उतार शस्त्र पट धर कर। सन्मान सहित दस्तार सजाओ अरदास करके। ते नाले ये भी महाराज नूं बेनती करो भी हे गुरु गोबिंद सिंह महाराज, कल की धिर कलगीधर सच्चे पातशाह ये दस्तार सोहनी सज भी जावे ते जमाने विच बच भी जावे, क्योंकि लाउण वाले भी बथेरे बैठे हुए जिहड़े सोचते ने भी कोई बहाना पा के पग ला दे। इहो जे तुहानूं जगह जगह मिल जाण। कई तो बहुत अपने ही होंदे ने, वो भी ये काम करते, वो यतन करते भी किसी तरह दूजे का अपमान हो जाए, भरा का अपमान हो जाए, पड़ोसी का अपमान हो जाए। तो सच गल है साध संगत, किसी का अपमान करने वाला जिहड़ी सोच है वो सोच रखने वाले का सन्मान कदी नहीं होने देंदी, आप अपमानित रहता। तो महाराज की हर वस्तु को सन्मान देना ये सिख का भाव हैगा है। इसलिए वो घोड़ियां दियां काठियां भी सन्मान नाल रखते ने और महाराज जी की सेवा समझते हैं। खान पान को करे जथारुच। और इस तरह दे नाल सोहना सन्मान नाल काठियां उतारियां, शस्त्र गलों उतार के सन्मान नाल रखे। और इस तरह हिणकदे हुए घोड़े उन्होंने लगा दिते, भाव खूंटियां नाल बन के पिछवाड़े पा दिते। फिर इस तरह घोड़ियां नूं लगा के घाह दाना आदक पा के बड़े रुचिकर चंगे ढंग नाल ते फिर विश्राम किता है। विश्रामे जोधा समुदाय। सारे योद्धा ने विश्राम किता है। श्री हर गोबिंद असन अचव कर। महिमा दे मालक मेरियां पीरियां दे दाते गुरु हरगोबिंद साहब जी ने भी भोजन किया और भोजन करके ठान दोपहरे मैं विश्राम। महाराज सच्चे पातशाह ने भी भोजन करके फिर दोपहरे थोड़ा समय विश्राम किया है। जाम दिन रहे उठे जब। और इस तरह सवा पैर दिन बाकी सी, भाव
ਜੇ 6 ਵਜੇ ਦਿਨ ਡੁੱਬਦਾ ਹੈ ਤਾਂ ਲਗਭਗ 2:45 2:30 ਵਜੇ ਮਹਾਰਾਜ ਜਾਗੇ ਹੋਵਣਗੇ। ਭਏ ਸੁਚੇਤ ਗੁਰੂ ਅਭਿਰਾਮ, ਮਹਾਨ ਸਤਿਗੁਰੂ ਅਭਿਰਾਮ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਸੁਚੇਤ ਹੋਏ ਹਨ। ਸੁੰਦਰ ਫਰਸ ਅਨੇਕ ਬਰਣ ਕੇ, ਬਹੁਤ ਸੋਹਣੇ ਫਰਸ਼ ਚਾਦਰਾਂ ਆਦਿਕ ਅਨੇਕਾਂ ਹੀ ਰੰਗਾਂ ਦੀਆਂ, ਦਸੇ ਮਖਮਲੀ ਦੀਹ ਤਮਾਮ, ਔਰ ਇਸ ਤਰ੍ਹਾਂ ਵੱਡੇ ਵੱਡੇ ਮਖਮਲੀ ਗਲੀਚੇ ਆਦਿਕ ਵਿਸ ਗਏ ਹਨ। ਚਾਰ ਔਰ ਜਿਸ ਛੋਰ ਜਰੀ ਕੇ, ਔਰ ਇਸ ਤਰ੍ਹਾਂ ਦੇ ਨਾਲ ਚਾਰੋਂ ਪਾਸੇ ਉਹਨਾਂ ਦੇ ਜਿਹੜੇ ਸਿਰੇ ਨੇ ਉਹ ਜ਼ਰੀ ਦਾ ਕੰਮ ਹੋਇਆ ਹੈ। ਤਾ ਜਟਤ ਜਹਾਂ ਛਬਤਾਮ, ਤੇ ਬਹੁਤ ਸੋਹਣੇ ਮੋਤੀ ਜੜੇ ਹੋਏ ਹਨ ਜਿਨ੍ਹਾਂ ਦੀ ਛਵੀ ਬਹੁਤ ਵੱਡੀ ਹੈ। ਅਸਗਾ ਦੀ ਡਸ ਰੁਚਰ ਫਰਸ ਪਰ, ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਗੱਦੀ ਹੈ ਜਿਸ ਤੇ ਬਹੁਤ ਸੋਹਣਾ ਫਰਸ਼ ਭਾਵ ਵਿਸੋਹਣੇ ਚਾਦਰਾਂ ਆਦਿਕ ਵਿਛਾਈਆਂ ਗਈਆਂ ਹਨ। ਉਪਾਧਾਨ ਦੀ ਰਗ ਤਰ ਦੀ, ਤੇ ਪਿਛਲੇ ਪਾਸੇ ਵੱਡਾ ਸਿਰਾਣਾ, ਉਪਾਧਾਨ ਕਹਿੰਦੇ ਨੇ ਸਿਰਾਣੇ, ਬਾਲਿਸ਼ ਤਕੀਆ ਸਿਰਾਣਾ ਪਿੱਲੋ, ਉਹ ਵੱਡਾ ਜਿਹੜਾ ਹੈ ਨਾ ਜਿਸ ਤੇ ਆਰਾਮ ਨਾਲ ਬੰਦਾ ਆਪਣੀ ਅਰਕ ਕੂਣੀ ਵੀ ਟਿਕਾ ਲੈਂਦਾ ਹੈ ਔਰ ਪਿੱਛੇ ਢੋ ਵੀ ਲਾ ਲੈਂਦਾ, ਵੱਡਾ ਸਾਰਾ ਉਹ ਪਿੱਛੇ ਰੱਖਿਆ ਗਿਆ ਤੇ ਸਾਈਡਾਂ ਤੇ ਵੀ ਰੱਖੇ ਗਏ ਹਨ। ਹਰਕਤ ਦੋਂ ਦਿਸ ਮੁਕਤਾ ਗੁੱਛਨ, ਉਹਨਾਂ ਦੇ ਵੀ ਦੋਹਾਂ ਪਾਸਿਆਂ ਤੇ ਮੋਤੀਆਂ ਦੇ ਗੁੱਛੇ ਲਟਕ ਰਹੇ, ਭਾਵ ਜਿਸ ਕਵਰ ਨਾਲ ਉਸ ਉਪਾਧਾਨ ਵੱਡੇ ਸਿਰਹਾਣੇ ਨੂੰ ਕਵਰ ਪਾਇਆ ਹੋਇਆ ਉੱਪਰ ਗਲਾਫ, ਉਹਨੂੰ ਜਿਹੜੀ ਡੋਰੀ ਨਾਲ ਬੰਨਿਆ ਹੋਇਆ ਉਹ ਪਸ਼ਮੀਨੇ ਦੀ ਰੇਸ਼ਮੀ ਡੋਰੀ ਹੈ ਤੇ ਉਸ ਵਿੱਚ ਮੋਤੀ ਪਰੋਏ ਹੋਏ, ਦੋਹਾਂ ਪਾਸਿਆਂ ਤੇ ਲਟਕਦੇ ਹੋਏ ਗੁੱਛੇ ਬਹੁਤ ਸੋਹਣੇ ਲੱਗ ਰਹੇ ਹਨ। ਗੁੱਛਨ ਬਹੁਤ ਮੋਲ ਤੇ ਰਚਿਓ ਨਵੀਨ, ਬਹੁਤ ਸੋਹਣੇ ਮੁੱਲ ਦੇ ਬੇਸ਼ਕੀਮਤੀ ਉਸ ਤੇ ਉਪਾਧਾਨ ਤੇ ਜਿਹੜੇ ਨੇ ਉਹ ਗਲਾਫ ਆਦਿਕ ਚੜੇ ਹੋਏ ਨੇ, ਕਵਰ ਚੜੇ ਹੋਏ ਨੇ ਤੇ ਉਹ ਨਵਾਂ ਬਣਿਆ ਹੋਇਆ ਹੈ। ਬੈਠ ਬਿਰਾਜਤ ਪੇ ਸ੍ਰੀ ਸਤਿਗੁਰ, ਸਾਧ ਸੰਗਤ ਸਿੱਖ ਦੀ ਭਾਵਨਾ ਹੀ ਹੈ, ਗੁਰੂ ਵਾਸਤੇ ਸੋਹਣਾ ਸਿੰਘਾਸਣ ਸਜਾਉਂਦਾ ਹੈ ਤੇ ਗੁਰਸਿੱਖ ਨਿਰਾ ਘਰ ਵਿੱਚ ਸੋਹਣੇ ਪਲੰਗ ਤੇ ਹੀ ਮਹਾਰਾਜ ਦਾ ਸਿੰਘਾਸਣ ਨਹੀਂ ਸਜਾਉਂਦਾ, ਆਪਣੇ ਹਿਰਦੇ ਵਿੱਚ ਵੀ ਗੁਰੂ ਦਾ ਸਤਿਕਾਰ ਰੱਖਦਾ ਹੈ। ਔਰ ਸਤਿਕਾਰ ਰੱਖਣਾ ਗੁਰੂ ਦਾ ਸਿੰਘਾਸਣ, ਅਦਬ ਰੱਖਣਾ ਗੁਰੂ ਦਾ ਸਿੰਘਾਸਣ ਹੈ। ਚਮਰਦਾਰ ਤਬ ਚਾਮਰ ਕੀਨ, ਚੌਰ ਕਰਨ ਵਾਲੇ ਸੇਵਾਦਾਰ ਚੌਰ ਕਰ ਰਹੇ ਹਨ। ਪਾਵਨ ਲਗੇ ਰਵਾ ਵੀਰਾਗਨ, ਮਹਾਰਾਜ ਸੱਚੇ ਪਾਤਸ਼ਾਹ ਬਿਰਾਜ ਗਏ ਤੇ ਰਬਾਬ ਨਾਲ ਕੀਰਤਨ ਕਰਨ ਵਾਲੇ ਰਾਗੀ ਜਨ ਸ਼ਬਦ ਗਾਉਣ ਲੱਗੇ ਹਨ। ਸ੍ਰੀ ਗੁਰ ਸ਼ਬਦ ਸ਼ਾਂਤ ਰਸ ਪੀਨ, ਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਸ਼ਬਦ ਜੋ ਸ਼ਾਂਤੀ ਨਾਲ ਰਸ ਨਾਲ ਤੇ ਹਿਰਦੇ ਨੂੰ ਰਸ ਵਿਭੋਰ ਕਰ ਦੇਣ ਵਾਲੇ, ਰਸ ਨਾਲ ਭਿੰਨਾ ਭਿਉਂ ਦੇਣ ਵਾਲੇ, ਭਾਵ ਰਸ ਕਰ ਦੇਣ ਵਾਲੇ ਸ਼ਬਦ ਨੇ, ਉਹ ਗਾਉਣ ਲੱਗ ਪਏ ਹਨ। ਸਿੱਖ ਜੋਧਾ ਗਨ ਜੋਧ ਸਹਤ ਮਿਲ, ਬਹੁਤ ਸਾਰੇ ਸਿੱਖ ਭਾਈ ਜੋਧ ਰਾਏ ਜੀ ਦੇ ਨਾਲ ਮਿਲ ਕੇ ਹੋਰ ਸੂਰਮੇ ਦਰਸਰ ਨਮੋ ਕਰੈ ਸਮੁਦਾਇ, ਮਹਾਰਾਜ ਜੀ ਦਾ ਦਰਸ਼ਨ ਤੇ ਨਮਸਕਾਰ ਇਕੱਠੇ ਹੋ ਕੇ ਕਰ ਰਹੇ। ਦਰਸਰ ਨਮੋ ਕਰੈ ਸਮੁਦਾਇ, ਦਰਸ਼ਨ ਤੇ ਨਮਸਕਾਰ ਕਰ ਰਹੇ ਹਨ ਸਾਰੇ। ਦਰਸੈ ਨਮੋ ਕਰੈ ਸਮੁਦਾਇ, ਹਾਂਜੀ ਜਥਾ ਉਚਿਤ ਕਰ ਸਭਾ ਸੁ ਬੈਠੇ, ਇਸ ਤਰ੍ਹਾਂ ਬਹੁਤ ਸੋਹਣੀ ਉਚਿਤ ਸਭਾ ਹੈ ਤੇ ਜਥਾ ਸਥਾਨ ਜਿੱਥੇ ਜਿੱਥੇ ਕਿਸੇ ਨੂੰ ਠੀਕ ਲੱਗਿਆ ਹੈ ਉੱਥੇ ਉੱਥੇ ਮਹਾਰਾਜ ਜੀ ਦੇ ਚਰਨਾਂ 'ਚ ਮੱਥਾ ਟੇਕ ਕੇ ਬੈਠੇ ਹਨ। ਸ੍ਰੀ ਹਰਗੋਬਿੰਦ ਵਿੱਚ ਤੇ ਸੁਹਾਏ, ਮਹਿਮਾ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਚਾਰੋਂ ਪਾਸੇ ਜਿਵੇਂ ਆਪ ਸਾਰੇ ਬਿਰਾਜੇ ਹੋਏ ਹੋ, ਇਸ ਤਰ੍ਹਾਂ ਮਹਾਰਾਜ ਸਾਹਮਣੇ ਬਿਰਾਜਮਾਨ ਨੇ। ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਦੇ ਚਾਰੋਂ ਪਾਸੇ ਸੰਗਤਾਂ ਬਿਰਾਜਮਾਨ ਹਨ ਤੇ ਮਹਾਰਾਜ ਵਿੱਚ ਸੁਹਾ ਰਹੇ ਹਨ, ਸੋਹਣੇ ਲੱਗ ਰਹੇ ਹਨ। ਮਨੋ ਸੁਰਨ ਮੈਂ ਸੁਰਪਤ ਦੁੱਤ ਮਰਤ, ਇੰਝ ਲੱਗਦਾ ਹੈ ਵੀ ਜਿਵੇਂ ਦੇਵਤਿਆਂ ਦੇ ਵੱਡੇ ਦੇਵਤੇ ਸੁਰਪਤ ਇੰਦਰ ਨੂੰ ਕਹਿੰਦੇ ਨੇ, ਉਹਦੀ ਜਿਵੇਂ ਚਮਕ ਦਮਕ ਮਹਿਮਾ ਹੈ, ਸੋਭਾ ਹੈ। ਤੂੰ ਬਿਸਨ ਅਵਨੀ ਪਰਿਆ, ਜਾਂ ਫਿਰ ਭਗਵਾਨ ਵਿਸ਼ਨੂੰ ਧਰਤੀ ਤੇ ਆਏ ਹੋਵਣ ਤੇ ਸਾਰੇ ਦੇਵਤੇ ਬੈਠੇ ਹੋਵਣ। ਇਹ ਜਿਹੜੀ ਉਦਾਹਰਣ ਭਾਈ ਸਾਹਿਬ ਨੇ ਦਿੱਤੀ ਹੈ ਬਹੁਤ ਸਨਮਾਨਯੋਗ, ਭਾਵ ਪਰਲੌਕਿਕ ਗੱਲ ਹੈ। ਇਹ ਸਨਮਾਨ ਅਲੌਕਿਕ ਹੈ, ਅਚਰਜ ਹੈ। ਇਸ ਨੂੰ ਦੁਨੀਆ ਦੀ ਕਿਸੇ
ਉਦਾਹਰਣ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਸੰਗਤ ਸਕਲ ਗ੍ਰਾਮ ਕੀ ਤੇ ਆਏ, ਨੇੜੇ ਨੇੜੇ ਪਿੰਡਾਂ ਨਗਰਾਂ ਦੀ ਸੰਗਤ ਆ ਰਹੀ ਹੈ। ਅਨਕ ਅਕੋਰਨ ਕੋ ਅਰ ਪਾਏ, ਅਨੇਕਾਂ ਹੀ ਭੇਟਾ ਕਰ ਰਹੇ ਹਨ। ਜੰਗ ਜੀਤ ਕਰ ਸਤਿਗੁਰ ਤੇ ਆਏ, ਸਾਰਿਆਂ ਵਿੱਚ ਬੜਾ ਉਤਸ਼ਾਹ ਤੇ ਮਹਾਰਾਜ ਦਾ ਸਨਮਾਨ ਹੈ ਵੀ ਮਹਾਰਾਜ ਜੰਗ ਜਿੱਤ ਕੇ ਆਏ ਹਨ। ਪਰਸ ਪਰਗਨ ਨਰ ਨਾਰ, ਆਪਸ ਵਿੱਚ ਸਾਰੇ ਮਹਾਰਾਜ ਜੀ ਦੇ ਬੱਚੇ ਬੱਚੀਆਂ ਸਿੱਖ ਸੰਗਤਾਂ ਇਸਤਰੀ ਪੁਰਸ਼ ਸਭ ਇਹ ਗੱਲਾਂ ਕਰ ਰਹੇ ਹਨ ਮਹਾਰਾਜ ਦੀ ਵਡਿਆਈ ਦੀਆਂ। ਚੁੱਪ ਕਰਤ ਚਿਤ ਦਰਸ਼ਨ ਤੇ ਦਰਸੈ, ਸਾਰਿਆਂ ਦੇ ਮਨ ਵਿੱਚ ਉਤਸ਼ਾਹ ਹੈ, ਸ਼ੌਕ ਹੈ ਤੇ ਕਾਹਲ ਹੈ ਵੀ ਜਲਦੀ ਮਹਾਰਾਜ ਦੇ ਦਰਸ਼ਨ ਕਰੀਏ। ਤਨ ਤਨ ਪ੍ਰਭੂ ਗੁਰ ਜੈਕਾਰ, ਤੇ ਸਾਰੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਧੰਨ ਧੰਨ ਕਹਿ ਰਹੇ ਹਨ, ਭੇਟਾਵਾਂ ਲੈ ਕੇ ਆ ਰਹੇ ਹਨ ਤੇ ਮਹਾਰਾਜ ਦੀ ਮਹਿਮਾ ਦੇ ਜੈਕਾਰੇ ਗਜਾ ਰਹੇ। ਤੇ ਆਪਾਂ ਵੀ ਸਾਰੇ ਤੁਸੀਂ ਭੇਟਾ ਲੈ ਕੇ ਤਾਂ ਆਏ ਹੋ, ਮਹਾਰਾਜ ਦੇ ਚਰਨਾਂ 'ਚ ਵੀ ਬੈਠੇ ਹੋ ਤੇ ਸਾਰੇ ਉਹ ਸੰਗਤ ਵਿੱਚ ਆਪਣੇ ਆਪ ਨੂੰ ਸ਼ਾਮਲ ਮਹਿਸੂਸ ਕਰਦਿਆਂ ਇੱਕ ਵਾਰੀ ਜੈਕਾਰਾ ਬੁਲਾਉਣਾ ਤੁਹਾਡਾ ਹੱਕ ਵੀ ਬਣਦਾ ਹੈ। ਜੈਕਾਰਾ ਬੁਲਾਓ ਸਾਰੇ ਮਿਲ ਕੇ। ਇੱਕ ਜੈਕਾਰਾ ਸਾਰੇ ਮਿਲ ਕੇ ਹੋਰ ਵੱਡਾ ਬੁਲਾ ਦੇਵੋ। ਇਸ ਤਰ੍ਹਾਂ ਸੰਗਤਾਂ ਧੰਨ ਧੰਨ ਕਰ ਰਹੀਆਂ ਹਨ ਤੇ ਜੈਕਾਰੇ ਗਜਾ ਰਹੀਆਂ ਹਨ ਤੇ ਆਪਾਂ ਇੱਕ ਵਾਰੀ ਧੰਨ ਧੰਨ ਵੀ ਆਖ ਲਈਏ। ਸਾਰੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਆਖੋ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੁਨ ਕਾਲੂ ਅਗਵਨ ਗੁਰੂ ਕੋ, ਜਦ ਕਾਲੂ ਨੂੰ ਮਹੰਤ ਨੂੰ ਪਤਾ ਲੱਗਿਆ ਵੀ ਮਹਾਰਾਜ ਆਏ ਹਨ, ਵੈ ਘਟ ਦੁਗਦ ਲਿਏ ਉਹ ਕਰਤਾਰ, 2 ਘੜੇ ਦੁੱਧ ਦੇ ਲੈ ਕੇ ਤੇ ਜਲਦੀ ਜਲਦੀ ਆਇਆ ਆਨ ਹੈ। ਗੁਰੂ ਪਗ ਮਸਤਕ ਟੇਕਿਓ, ਮਹਾਰਾਜ ਜੀ ਨੂੰ ਆ ਕੇ ਮੱਥਾ ਟੇਕਿਆ, ਬੈਠਿਓ ਨਿਕਟ ਜੋਰ ਕਰ ਹਾਥ, ਤੇ ਨੇੜੇ ਮਹਾਰਾਜ ਜੀ ਦੇ ਹੱਥ ਜੋੜ ਕੇ ਬੈਠ ਗਿਆ ਸ੍ਰੀ ਹਰਿ ਹੈ। ਗੋਬਿੰਦ ਕਿਰਪਾ ਦ੍ਰਿਸ਼ਟ ਤੇ ਤੇ, ਮਹਿਮਾ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਿਹਰ ਦੀ ਨਜ਼ਰ ਨਾਲ, ਕਿਰਪਾ ਦ੍ਰਿਸ਼ਟੀ ਨਾਲ ਦੇਖਤ ਕਰਿਓ ਬਾਕ ਤੇ ਸਾਥ, ਤੇ ਮਹਾਰਾਜ ਜੀ ਨੇ ਉਹਦੇ ਨਾਲ ਪ੍ਰੇਮਮਈ ਦ੍ਰਿਸ਼ਟੀ ਨਾਲ ਦੇਖਦਿਆਂ ਹੋਇਆ ਉਹਦੇ ਨਾਲ ਬਚਨ ਕੀਤਾ, ਗੱਲ ਕੀਤੀ ਹੈ। ਕਾਲੀ ਕਾਲ ਮਾਨ ਤੇ ਮਾਨਵ, ਮਹਾਰਾਜ ਕਹਿਣ ਲੱਗੇ ਤੁਸੀਂ ਮਾਨਯੋਗ ਜੀ ਬੜੀ ਘਾਲਣਾ ਘਾਲੀ ਹੈ, ਨਾਮ ਪਇਓ ਅਬ ਕਾਲੂ ਨਾਥ, ਤੇ ਹੁਣ ਤੇਰਾ ਨਾਮ ਕਾਲੂ ਮਹੰਤ ਨਹੀਂ ਹੈ, ਕਾਲੂ ਨਾਥ ਹੋ ਗਏ। ਭਾਵ ਤੇਰਾ ਸਨਮਾਨ ਵਧਾ ਦਿੰਦੇ। ਹਾਂ ਐਸਾ ਮਹਾਰਾਜ ਜੀਆਂ ਨੇ ਫਰਮਾਇਆ। ਸ੍ਰੀ ਗੁਰ ਨਹੀਂ ਨਾਥ ਮੋਹਿ ਜਾਨੋ, ਨਾਥ ਦਾ ਮਤਲਬ ਹੁੰਦਾ ਮਾਲਕ, ਤੇ ਅੱਗੋਂ ਕਹਿਣ ਲੱਗਾ ਨਹੀਂ ਮਹਾਰਾਜ ਮੈਂ ਨਾਥ ਨਹੀਂ, ਮੈਨੂੰ ਨਾਥ ਨਾ ਜਾਣੋ। ਮੁਰੋ ਕੂਕਰ ਤਰ ਪਰਮਾਥ, ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਆਪਣਾ ਕੂਕਰ ਸਮਝੋ, ਮੈਂ ਜ਼ਮੀਨ ਤੇ ਸਿਰ ਰੱਖ ਕੇ ਆਪ ਜੀ ਨੂੰ ਮੱਥਾ ਟੇਕਦਾ ਹਾਂ। ਨੈ ਪ੍ਰਸੰਨ ਹੋਏ ਗੁਰ ਜਦ ਬੋਲੇ, ਇਸ ਤਰ੍ਹਾਂ ਕਿਹਾ ਤੇ ਮਹਾਰਾਜ ਹੋਰ ਪ੍ਰਸੰਨ ਹੋ ਕੇ ਆਖਣ ਲੱਗੇ, ਬਿਦਤ ਨਾਥ ਤੂੰ ਹੋਏ ਜਹਾਨ, ਮਹਾਰਾਜ ਕਹਿਣ ਲੱਗੇ ਪਰ ਸਾਰੀ ਦੁਨੀਆ 'ਚ ਤੂੰ ਕਾਲੂ ਨਾਥ ਕਰਕੇ ਜਾਣਿਆ ਜਾਵੇਂਗਾ। ਨਥਾਣਾ ਨਗਰ ਦਾ ਹੈ ਨਾ, ਤੇ ਮਹਾਰਾਜ ਕਹਿਣ ਲੱਗੇ ਕਾਲੂ ਨਾਥ ਕਰਕੇ ਜਾਣਿਆ ਜਾਵੇਂਗਾ। ਸਭ ਮਾਨੇ ਤੁਬ ਨਾਥ ਜਾਣ ਕਰ, ਸਾਰੇ ਤੇਰਾ ਸਨਮਾਨ ਕਰਨਗੇ ਨਾਥ ਸਮਝ ਕੇ। ਕਿਰਪਾ ਗੁਰਨ ਕੀ ਪਈ ਮਹਾਨ, ਤੇਰੇ ਤੇ ਗੁਰੂ ਦੀ ਵੱਡੀ ਕਿਰਪਾ ਹੋਈ ਹੈ। ਉਨ ਕਾਲੂ ਕੈ ਸ੍ਰੀ ਪ੍ਰਭ ਸੁਣੀਐ, ਫਿਰ ਕਾਲੂ ਨੇ ਬੇਨਤੀ ਕੀਤੀ ਮਹਾਰਾਜ ਮੇਰੀ ਪ੍ਰਾਰਥਨਾ ਸੁਣੋ। ਆਪ ਬਖਾਨਤ ਕਰੁਣਾ ਠਾਨ, ਆਪ ਦਇਆ ਕਰਕੇ ਫਰਮਾ ਰਹੇ ਹੋ। ਕੀਤੀ ਵਡਾਈ ਉਚਿਤ ਨਹੀਂ ਮੈਂ, ਮਹਾਰਾਜ ਸੱਚੇ ਪਾਤਸ਼ਾਹ ਐਨੀ ਵਡਿਆਈ ਮੈਨੂੰ ਨਾ ਦੇਵੋ, ਮੈਂ ਇਸ ਲਾਇਕ ਨਹੀਂ ਹਾਂ। ਭਾਵ ਨਿਮਰਤਾ ਦੇ ਬੋਲ ਕਹਿ ਰਿਹਾ ਹੈ। ਮੇਰੇ ਦਰ ਪੌਰੇ ਕਉ ਸਵਾਨ, ਮਹਾਰਾਜ ਸੱਚੇ ਪਾਤਸ਼ਾਹ ਮੈਂ ਤਾਂ ਤੁਹਾਡੇ ਦਰ ਦਰਵਾਜ਼ੇ ਦਾ ਸਵਾਨ ਕੂਕਰ ਹਾਂ। ਸੁਨ ਕਾਲੂ ਕੀ ਅਧਕ ਨਮਰਤਾ, ਕਾਲੂ ਨਾਥ ਦੀ ਹੋਰ ਜ਼ਿਆਦਾ ਨਿਮਰਤਾ ਦੇਖ ਕੇ ਸੁਣ ਕੇ ਸ੍ਰੀ ਹਰਿ ਗੋਬਿੰਦ ਅਧਿਕ ਕਿਰਪਾਲ, ਮਹਾਰਾਜ ਸੱਚੇ ਪਾਤਸ਼ਾਹ ਹੋਰ ਜ਼ਿਆਦਾ ਕਿਰਪਾ ਦੇ ਘਰ ਵਿੱਚ ਆ ਗਏ। ਪ੍ਰਸੰਨ ਦਇਓ ਵਰ ਦੀਰਗ, ਪ੍ਰਸੰਨ ਹੋ ਕੇ ਤੇ ਵੱਡਾ ਵਰ ਦੇ ਦਿੱਤਾ।
ਦਿੱਤਾ। ਨਾਥਨ ਕੋ ਨਾਥ ਵਿਸਾਲ। ਮਹਾਰਾਜ ਕਹਿਣ ਲੱਗੇ ਤੂੰ ਕਾਲੂ ਨਾਥ ਹੀ ਨਹੀਂ, ਤੂੰ ਨਾਥਾਂ ਦਾ ਵੀ ਨਾਥ। ਗੁਰੂ ਇੰਝ ਹੀ ਦਇਆ ਕਰਦਾ, ਕੋਈ ਥੋੜੀ ਜਿਹੀ ਨਿਮਰਤਾ ਪ੍ਰਗਟ ਕਰੇ ਤੇ ਗੁਰੂ ਉਹਨੂੰ ਕਿੰਨੀਆਂ ਵਡਿਆਈਆਂ ਝੋਲੀ 'ਚ ਪਾ ਕੇ ਨਿਵਾਸ ਦਿੰਦਾ ਹੈ। ਸੇਵਕ ਮੈਂ ਬਿਦਤੈ ਮਹਿਮਾ। ਮਹਾਰਾਜ ਕਹਿਣ ਲੱਗੇ ਤੇਰੇ ਸਿੱਖਾਂ ਸੇਵਕਾਂ ਵਿੱਚ ਮਹਿਮਾ ਜਾਣੀ ਜਾਏਗੀ। ਪਰੀ ਥਾਂਬ ਕਾਲੀ ਬਟਕਾਲ। ਔਰ ਇਸ ਤਰ੍ਹਾਂ ਦੇ ਨਾਲ ਜੋ ਤੇਰੀ ਸੇਵਾ ਕੀਤੀ, ਦੁੱਧ ਲੈ ਕੇ ਆਇਆ, ਥਾਂ ਪੈ ਗਈ ਹੈ। ਜਿਉ ਜਿਉ ਨਮਰ ਅਧਕਤਾ ਤਯੋ ਤਯੋ। ਜਿਉਂ ਜਿਉਂ ਵੱਡੀ ਨਿਮਰਤਾ ਆਉਂਦੀ ਜਾਂਦੀ ਹੈ, ਬੜ ਪੁਰਖਨ ਕੀ ਹੈ ਯਸ ਚਾਲ। ਜਿਉਂ ਜਿਉਂ ਵੱਡੀਆਂ ਬਰਕਤਾਂ ਮਿਲਦੀਆਂ ਨੇ, ਉਹ ਹੋਰ ਨਿਰਮਾਣ ਹੋਈ ਜਾਂਦੇ। ਇਹ ਵੱਡਿਆਂ ਪੁਰਖਾਂ ਦੀ, ਭਾਈ ਕਾਲੂ ਨਾਥ, ਨਾਥਾਂ ਦੇ ਨਾਥ, ਵਡਿਆਈ ਹੁੰਦੀ। ਸਾਧ ਸੰਗਤ ਤੇ ਵੱਡੇ ਪੁਰਖਾਂ ਦਾ ਸਨਮਾਨ ਹੁੰਦਾ, ਉਹਨਾਂ ਦੀ ਸਨਮਾਨ ਦੀ ਬਰਕਤ ਹੁੰਦੀ, ਨਿਸ਼ਾਨੀ ਹੁੰਦੀ। ਪਰ ਸੱਚ ਜਾਣਨਾ ਕਈਆਂ ਦੀ ਸ਼ੈਤਾਨੀ ਵੱਧ ਜਾਂਦੀ। ਪਰਮਾਤਮਾ ਉਹਨਾਂ ਨੂੰ ਥੋੜ੍ਹਾ ਜਿਹਾ ਮਾਣ ਸਨਮਾਨ ਦੇ ਦੇਵੇ ਤੇ ਫਿਰ ਇੱਧਰ ਦੀ ਗੱਲ ਇੱਧਰ, ਇੱਧਰ ਦੀ ਇੱਧਰ, ਪਖੰਡੀ ਹੱਥ ਜੋੜਦੇ ਫਿਰਨਗੇ ਤੇ ਆਖੀ ਜਾਣਗੇ ਜੀ ਹੈ ਜੀ ਮੈਂ ਤੇ ਕੁਝ ਨਹੀਂ, ਮੈਂ ਤੇ ਕੁਝ ਨਹੀਂ, ਮੈਂ ਤੇ ਚਰਨਾਂ ਦੀ ਧੂੜ। ਤੇ ਕਦੀ ਪਰਖ ਕੇ ਦੇਖੋ, ਪਤਾ ਲੱਗਦਾ। ਸੀਸਗੰਜ ਸਾਹਿਬ ਇੱਕ ਸੱਜਣ ਪੰਥ ਰਤਨ ਦਾਸ ਦੇ ਉਸਤਾਦ ਗਿਆਨੀ ਸੰਤ ਸਿੰਘ ਜੀ ਮਸਕੀਨ, ਉਹਨਾਂ ਕੋਲ ਆ ਜਾਇਆ ਕਰੇ ਤੇ ਬਸ ਇੱਕੋ ਜੀ ਮੈਂ ਤੇ ਚਰਨਾਂ ਦੀ ਧੂੜ, ਮੈਂ ਤੇ ਚਰਨਾਂ ਦੀ ਧੂੜ। ਉਹ ਬੈਠਿਆਂ ਬੈਠਿਆਂ ਕੋਈ 10-20 ਵਾਰੀ ਇਹੀ ਗੱਲ ਆਖੀ ਤੇ ਮਸਕੀਨ ਜੀ ਇੱਕ ਦਿਨ ਕਹਿਣ ਲੱਗੇ ਵੀ ਦੇਖ ਹੀ ਲੈਂਦੇ ਆ ਖੜਾ ਕਿੱਥੇ ਹੈ। ਆਖਣ ਲੱਗੇ ਹਾਂ ਭਾਈ ਗੁਰਮੁਖਾ, ਮੈਂ ਵੀ ਇਹੀ ਸੋਚਦਾ ਬਈ ਹੈ ਤਾਂ ਤੂੰ ਧੂੜ ਹੀ ਆ, ਹੋਰ ਤੂੰ ਕੱਖ ਨਹੀਂ। ਉਦੋਂ ਬਾਅਦ ਫਿਰ ਮੱਥੇ ਨਹੀਂ ਲੱਗਿਆ। ਇਸ ਤਰ੍ਹਾਂ ਕਈ ਦਿਖਾਵੇ ਦੀਆਂ ਗੱਲਾਂ ਕਰਦੇ ਨੇ, ਕਈ ਸ਼ੈਤਾਨੀਆਂ ਕਰਦੇ ਤੇ ਆਪਣੇ ਆਪ ਨੂੰ ਸਮਝਣਗੇ ਹੱਥ ਜੋੜ ਕੇ ਬਸ ਐਵੇਂ ਤੁਰੇ ਫਿਰਨਗੇ ਤੇ ਅੰਦਰ ਕੁਝ ਹੋਰ ਹੁੰਦੇ ਹਨ। ਪਰ ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੱਡੇ ਪੁਰਖਾਂ ਦੀ, ਨਾਥਾਂ ਦੇ ਨਾਥ ਕਾਲੂ ਨਾਥ ਨਿਸ਼ਾਨੀ ਹੁੰਦੀ ਹੈ। ਜਿਉਂ ਜਿਉਂ ਮਾਣ ਵੱਧ ਜਾਏ ਤਿਉਂ ਤਿਉਂ ਤੇਰੇ ਵਾਂਗੂ ਨਿਰਮਾਣ ਹੁੰਦੇ ਜਾਂਦੇ ਹਨ। ਬਚਨ ਜਬ ਸ੍ਰੀ ਹਰਿਗੋਬਿੰਦ। ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ, ਅਮਲ ਕਰਾਮਾਤ ਤਬ ਪਾਏ। ਉਸ ਵੇਲੇ ਇਹਦੇ ਵਿੱਚ ਸ਼ਕਤੀਆਂ ਆ ਗਈਆਂ। ਮਹਾਰਾਜ ਦੇ ਬਚਨ ਸਦਕਾ ਇਹਦੇ ਵਿੱਚ ਵੱਡੀਆਂ ਵੱਡੀਆਂ ਸ਼ਕਤੀਆਂ, ਕਰਾਮਾਤਾਂ, ਮੌਜਜ਼ੇ, ਕ੍ਰਿਸ਼ਮੇ ਵਰਤਾਉਣ ਦੀ ਬਰਕਤ ਆ ਗਈ। ਅਤ ਆਨੰਦ ਕਰ ਪਦ ਅਰਬਿੰਦ। ਤੇ ਬੜਾ ਆਨੰਦਿਤ ਹੋ ਕੇ ਮਹਾਰਾਜ ਜੀ ਦੇ ਚਰਨ ਕਮਲਾਂ ਤੇ ਬੰਦਨ ਕੀਨ ਸੀਸ ਕੋ ਨਿਆਏ। ਮਹਾਰਾਜ ਜੀ ਦੇ ਚਰਨਾਂ ਤੇ ਸੀਸ ਨਿਵਾਇਆ ਤੇ ਨਮਸਕਾਰ ਕੀਤੀ ਹੈ। ਬਲਕ ਬਾਲਕ ਹੋ ਤੋ ਸੰਗ ਪੈ ਲਿਆਇਓ। ਇੱਕ ਘੜਾ ਆਪ ਲਿਆ ਸੀ ਤੇ ਇੱਕ ਨਾਲ ਬਾਲਕ ਸੀ, ਉਹਨੂੰ ਚੁਕਾ ਕੇ ਲਿਆ ਦੁੱਧ ਦਾ। ਦਿਸ ਦਿਸ ਦੇਖ ਗੁਰੂ ਸੁਖਦਾਏ। ਸਾਰੇ ਜਗਤ ਨੂੰ ਸੁਖ ਦੇਣ ਵਾਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਲਕ ਵੱਲ ਵੀ ਦੇਖਿਆ। ਇਹ ਬਾਲਕ ਵੀ ਨਾਲ ਦੁੱਧ ਲੈ ਕੇ ਆਇਆ। ਸਾਧ ਸੰਗਤ, ਦੁੱਧ ਲਿਆਉਣਾ ਕੋਈ ਵੱਡੀ ਗੱਲ ਨਹੀਂ। ਬਾਲਕ ਵੀ ਲਿਆਵੇ ਤੇ ਵਿਆਸਕ ਵੀ ਲਿਆਵੇ, ਕੋਈ ਲਿਆਵੇ। ਦੁੱਧ ਕੋਈ ਇੰਨੀ ਮਹਿੰਗੀ ਚੀਜ਼ ਵੀ ਨਹੀਂ, ਲਿਆਵੇ। ਉਹਨੂੰ ਹੋ ਸਕਦਾ ਰੋਜ਼ ਤੁਹਾਡੇ ਘਰ ਦੁੱਧ ਦੇਣ ਵਾਲੇ ਦੋਧੀ ਆਉਂਦੇ, ਗਵਾਲੇ ਆਉਂਦੇ ਨੇ, ਦੁੱਧ ਦੇ ਜਾਂਦੇ ਨੇ ਤੇ ਮਹੀਨੇ ਬਾਅਦ ਬਿੱਲ ਲੈ ਜਾਂਦੇ ਨੇ, ਉਹਨਾਂ ਨੂੰ ਕੋਈ ਮਾਣ ਮਿਲਦਾ ਹੈ। ਪਰ ਇਹਨੇ ਦੁੱਧ ਗੁਰੂ ਪਾਤਸ਼ਾਹ ਵਾਸਤੇ ਲਿਆਂਦਾ ਹੈ। ਇਹ ਸਵੇਰੇ ਅੰਮ੍ਰਿਤ ਵੇਲੇ ਜਦੋਂ ਮਹਾਰਾਜ ਜੀ ਦੇ ਇਸ਼ਨਾਨ ਦਾ ਸਮਾਂ ਹੁੰਦਾ ਹੈ ਨਾ, ਤੇ ਸੰਗਤ ਆਉਂਦੀ ਨਾਲ ਦੁੱਧ ਲਿਆਉਂਦੀ ਹੈ ਕਿ ਜਲ ਵਿੱਚ ਪਾ ਕੇ ਇਸ਼ਨਾਨ ਹੋਵੇ। ਨਾਲ ਮਹਾਰਾਜ ਜੀ ਦੇ ਅੰਮ੍ਰਿਤ ਕੁੰਵਟਾ ਮਾਤਾ ਜੀ ਦੇ ਖੂਹ ਤੋਂ ਜਲ ਕੱਢਦੇ ਨੇ। ਚਾਂਦੀ ਦੀਆਂ ਗਾਗਰਾਂ ਵਰਤੀਆਂ ਜਾਂਦੀਆਂ ਨੇ। ਮਹਾਰਾਜ ਜੀ ਦੇ ਖਾਸ ਬਰਤਨ ਨੇ ਚਾਂਦੀ ਦੇ, ਜਿਨ੍ਹਾਂ 'ਚ ਭੋਗ ਲੱਗਦਾ। ਉਹ ਫਿਰ ਸ਼ਰਧਾ ਸਤਿਕਾਰ ਨਾਲ ਜਿਹੜੇ ਅੰਮ੍ਰਿਤ ਧਾਰੀ ਗੁਰਸਿੱਖ ਨੇ ਉਹ ਸੇਵਾ ਕਰਦੇ। ਮਹਾਰਾਜ ਦੀ ਮਹਿਮਾ, ਤੇ ਜਿਉਂ-ਜਿਉਂ ਕੋਈ ਸੇਵਾ ਕਰਦਾ ਹੈ ਤਿਉਂ-ਤਿਉਂ ਮਹਾਰਾਜ ਹੋਰ ਪ੍ਰਸੰਨ ਹੋਈ ਜਾਂਦੇ ਨੇ। ਮਹਾਰਾਜ ਨੇ ਦੇਖਿਆ ਇਹ ਬਾਲਕ ਵੀ ਦੁੱਧ ਚੁੱਕ ਕੇ ਲਿਆਇਆ ਤੇ ਉਸ ਵੱਲ ਵੀ ਮਿਹਰ ਦੀ ਨਜ਼ਰ ਨਾਲ ਤੱਕਿਆ। ਦੁਗਦ ਚੁਰੋ ਪਰ ਤਿਸ ਕੋ ਦੀਨਸ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਲੈ ਦੁੱਧ ਛਕ ਲੈ। ਉਸ ਬਾਲਕ ਨੂੰ ਕਿਹਾ, ਇੱਕ ਚੁਲੀ ਭਰ ਕੇ ਨਾ
ਮਹਾਰਾਜ ਨੇ ਕਿਹਾ ਲੈ ਦੁੱਧ ਛਕ ਲੈ। ਹਾਂਜੀ। ਏਓ ਪਾਨ ਕਰ ਬਿਲਮ ਨ ਲਾਏ। ਮਹਾਰਾਜ ਕਹਿਣ ਲੱਗੇ ਦੇਰ ਨਾ ਲਾਏ, ਤੂੰ ਜਿਹੜਾ ਦੁੱਧ ਹੈ ਛਕ ਲੈ। ਮਾਨ ਬਾਕ ਕੋ ਪਾਨ ਕਰਿਓ ਉਸ ਜਬ। ਬਾਲਕ ਨੇ ਮਹਾਰਾਜ ਜੀ ਦੇ ਪਾਵਨ ਦਸਤੇ ਮੁਬਾਰਕ ਨਾਲ ਜਦ ਦੁੱਧ ਦੀ ਚੁਲੀ ਛਕੀ ਤਾਂ ਭਈ ਸਕਤ ਸਭ ਜਾਨੀ ਬਾਤ। ਉਹਦੇ ਵਿੱਚ ਵੀ ਵੱਡੀਆਂ ਸ਼ਕਤੀਆਂ ਆ ਗਈਆਂ। ਪਹਿਲੇ ਕਾਲੂ ਨੂੰ ਨਾਥਾਂ ਦਾ ਨਾਥ ਕਿਹਾ, ਸ਼ਕਤੀਆਂ ਦਿੱਤੀਆਂ, ਫਿਰ ਇਸ ਬਾਲਕ ਵਿੱਚ ਵੀ ਸ਼ਕਤੀਆਂ ਆ ਗਈਆਂ। ਦੇਸ ਵਿਦੇਸਨ ਕੀ ਸੁਧ ਉਰੇ ਮੈਂ। ਤੇ ਜੈਸੇ ਮਹਾਰਾਜ ਜੀ ਨੇ ਇਹਨੂੰ ਦੁੱਧ ਦਾ ਚੁਲਾ ਛਕਾਇਆ ਤੇ ਦੇਸ਼ਾਂ ਵਿਦੇਸ਼ਾਂ ਦੀ ਸੋਝਿਓ ਦੂਰ ਤੱਕ ਦਿਖਣ ਲੱਗ ਪਏ, ਦ੍ਰਿਸ਼ ਦਿਖਣ ਲੱਗ ਪਏ। ਹਾਂਜੀ। ਬਦਰੀ ਫਲ ਤਿਮ ਬਖਿਆਤ। ਇਸ ਤਰ੍ਹਾਂ ਸਭ ਕੁਝ ਨਜ਼ਰ ਆਉਣ ਲੱਗ ਪਿਆ, ਜਿਵੇਂ ਬੇਰੀ ਦਾ ਫਲ ਬੇਰ ਤਲੀ ਤੇ ਰੱਖਿਆ ਹੁੰਦਾ ਤੇ ਚਾਰੋਂ ਪਾਸੇ ਦਿਖਦਾ ਹੈ ਨਾ, ਇਸ ਤਰ੍ਹਾਂ ਸਾਰੇ ਪਲੈਨਟ ਦੀ ਉਹਨੂੰ ਤਸਵੀਰ ਦਿਖਣ ਲੱਗ ਪਈ। ਅਚਰਜ ਚਿਤ ਤਰ ਗੁਰ ਪਦ ਬੰਦੇ। ਉਹ ਵੀ ਅਚਰਜ ਹੋ ਗਿਆ ਤੇ ਮਹਾਰਾਜ ਦੇ ਚਰਨਾਂ ਤੇ ਸਿਰ ਰੱਖ ਦਿੱਤਾ। ਧੰਨ ਧੰਨ ਗੁਰ ਦੀ ਰਗਦਾਤ। ਤੇ ਆਖਿਆ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੁਸੀਂ ਧੰਨ ਹੋ, ਤੁਸੀਂ ਧੰਨ ਹੋ, ਇਹ ਵੱਡੀ ਦਾਤ ਮੈਨੂੰ ਦੇ ਦਿੱਤੀ ਹੈ। ਇੱਕ ਵਾਰੀ ਸਾਰੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਗੱਜ ਕੇ ਆਖੋ ਸਾਰੇ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਨਹੀਂ ਇੱਕ ਵਾਰੀ ਹੋਰ ਗੱਜ ਕੇ ਆਖੋ। ਧੰਨ ਗੁਰੂ ਹਰਗੋਬਿੰਦ ਸਾਹਿਬ। ਪਤਾ ਹੁੰਦਾ ਕੀ ਹੈ, ਜਿਹੜਾ ਗੁਰੂ ਨੂੰ ਧੰਨ ਧੰਨ ਕਹਿੰਦਾ ਹੈ ਨਾ, ਗੁਰੂ ਉਸ ਨੂੰ ਧੰਨ ਧੰਨ ਬਣਾ ਦਿੰਦਾ। ਤੇ ਗੁਰੂ ਨੂੰ ਧੰਨ ਧੰਨ ਕਹਿਣ ਵਾਲੇ ਨੂੰ ਆਖੀਰ ਵੇਲੇ ਗੁਰੂ ਲੈਣ ਵਾਸਤੇ ਆਉਂਦਾ, ਜਮ ਲੈਣ ਵਾਸਤੇ ਨਹੀਂ ਆਉਂਦਾ। ਮਹਾਰਾਜ ਦਾ ਬਚਨ ਹੈਗਾ ਹੈ, ਜਿਨੀ ਤੁਧਨੋਂ ਧੰਨ ਕਹਿਆ ਤਿਨ ਜਮ ਨੇੜ ਨਾ ਆਇਆ। ਇਸ ਲਈ ਸਾਰੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇਹ ਬਾਲਕ ਮਹਾਰਾਜ ਨੂੰ ਧੰਨ ਧੰਨ ਕਹਿੰਦਾ ਪਿਆ ਹੈ। ਕਛੂ ਤੇ ਕਛੂ ਛਿਨਕ ਮੈਂ ਕੀਨਸ। ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਕੁਝ ਤੋਂ ਕੁਝ ਤੁਸੀਂ ਇੱਕ ਪਲ ਵਿੱਚ ਹੀ ਬਣਾ ਦਿੱਤਾ ਹੈ। ਕੌਣ ਕਰੈ ਸਮਤਾ ਕਿਸ ਭਾਂਤ। ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਬਰਾਬਰੀ ਕੋਈ ਨਹੀਂ ਕਰ ਸਕਦਾ, ਤੁਹਾਡੀਆਂ ਦਿੱਤੀਆਂ ਹੋਈਆਂ ਸ਼ਕਤੀਆਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਕਾਲੂ ਜਾਣ ਲਈ ਤਿਸ ਕੀ ਗਤ। ਕਾਲੂ ਨਾਥ ਨੂੰ, ਜਿਹਨੂੰ ਮਹਾਰਾਜ ਨੇ ਨਾਥਾਂ ਦਾ ਨਾਥ ਕਿ ਉਹਨੂੰ ਸਮਝ ਆ ਗਈ ਇਹਦੇ ਕੋਲ ਮਹਾਰਾਜ ਦੀਆਂ ਦਿੱਤੀਆਂ ਸ਼ਕਤੀਆਂ ਆ ਗਈਆਂ। ਸਾਧ ਸੰਗਤ ਕਹਿੰਦੇ ਨੇ ਸ਼ੇਰਨੀ ਦਾ ਦੁੱਧ ਕਹਿੰਦੇ ਨੇ ਬਈ ਸੋਨੇ ਦੇ ਭਾਂਡੇ 'ਚ ਹੀ ਠਹਿਰਦਾ। ਮਾੜੀ ਮੋਟੀ ਸ਼ਕਤੀ ਆ ਜਾਏ ਤੇ ਦੂਜੇ ਨੂੰ ਦੇਖ ਕੇ ਉਹਦੇ ਸ਼ਕਤੀ ਬੰਦਾ ਸੜਨ ਵੀ ਲੱਗ ਪੈਂਦਾ, ਬੰਦਾ ਈਰਖਾ ਨਾਲ ਭਰ ਜਾਂਦਾ। ਲੱਗਦਾ ਇਸ ਨਾਲ ਵੀ ਕੁਝ ਅਜਿਹਾ ਹੀ ਵਾਪਰਿਆ ਹੋਵੇਗਾ। ਬੂਝਤ ਪਇਓ ਸੁਨਾਵੋ ਬਾਲ। ਤੇ ਉਹ ਸਮਝਣ ਵਾਸਤੇ, ਜਾਣਨ ਵਾਸਤੇ ਵੀ ਕਿੰਨੀ ਕੁ ਸ਼ਕਤੀ ਆਈ ਤੇ ਆਖਿਆ ਬਾਲਕ ਮੈਨੂੰ ਦੱਸੋ ਅਬ ਗੁਰਦੁੱਤੀ। ਅਬ ਗੁਰਦੁੱਤੀ ਰੂਪ ਕਿਸ ਥਲ। ਆਖਿਆ ਮੈਨੂੰ, ਉਹਨੂੰ ਵੀ ਨਜ਼ਰ ਆ ਰਿਹਾ ਸੀ ਵੀ ਮਹਾਰਾਜ ਦੇ ਇਸ ਵੇਲੇ ਦੋ ਰੂਪ ਨੇ, ਇੱਕ ਰੂਪ ਇੱਥੇ ਹੈ, ਇੱਕ ਹੋਰ ਕਿਤੇ ਹੈ। ਉਹ ਜਾਣਨ ਵਾਸਤੇ ਵੀ ਇਹਦੇ 'ਚ ਵੀ ਕਰਾਮਾਤ ਆ ਗਈ ਹੈ। ਇਹ ਤਾਂ ਛੋਟਾ ਜਿਹਾ ਬੱਚਾ ਹੈ, ਮੇਰੇ ਕੋਲ ਤਾਂ ਕਦੀ ਆਇਆ ਨਹੀਂ, ਅੱਜ ਹੀ ਦੁੱਧ ਲੈ ਕੇ ਆਇਆ ਤੇ ਮੇਰੇ ਵਰਗਾ ਬਣ ਗਿਆ। ਤੇ ਜਾਣਨ ਵਾਸਤੇ ਉਸਨੇ ਕਿਹਾ ਵੀ ਹੁਣ ਇਸ ਵੇਲੇ ਗੁਰੂ ਸਾਹਿਬ ਜੀ ਦਾ ਜਿਹੜਾ ਦੂਜਾ ਰੂਪ ਹੈ ਉਹ ਕਿੱਥੇ ਹੈਗਾ ਹੈ। ਕਿਦੋਂ ਬੈਠੇ ਕਿਤ ਚਾਲ। ਬਈ ਉਹ ਦੂਜਾ ਰੂਪ ਮਹਾਰਾਜ ਜੀ ਦਾ ਇਸ ਵੇਲੇ ਕਿੱਥੇ ਹੈ, ਬਿਰਾਜਮਾਨ ਹੈ ਕਿ ਚੱਲ ਰਹੇ ਨੇ ਕਿ ਕੀ ਕਰ ਰਹੇ। ਇਹ ਦੱਸੋ। ਗੁਰੂ ਇੱਕ ਸਮੇਂ ਹਰ ਜਗ੍ਹਾ ਹੋ ਸਕਦੇ ਹਨ। ਸਿਸ ਬੋਲਿਓ ਤੁਮ ਸੁਨੋ ਨਾਥ ਜੀ। ਤੇ ਬਾਲਕ ਨੇ ਹੱਥ ਜੋੜੇ ਤੇ ਕਿਹਾ ਹੈ ਨਾਥਾਂ ਦੇ ਨਾਥ ਜੀ ਸੁਣੋ। ਅਰਥ ਬਲਾਏ ਤੇ ਬਿਖੈ ਕਿਰਪਾਲ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਸਾਗਰ ਅਰਬ ਦੇਸ਼ ਵਿੱਚ ਹਨ। ਪ੍ਰੇਮੀ ਤੁਰਕ ਗੁਰੂ ਕੇ ਮਾਨੋ। ਉੱਥੇ ਕੋਈ ਗੁਰੂ ਕੇ ਤੁਰਕ ਪ੍ਰੇਮੀ ਹਨ ਜਿਹੜੇ ਮਹਾਰਾਜ ਨੂੰ ਮੰਨਦੇ ਹਨ। ਤਿਨ ਸਿਮਰੇ ਬਹੁ ਬਿੰਤੀ ਨਾਲ। ਉੱਥੇ ਇਹ ਲੱਗਦਾ ਬਗਦਾਦ ਦਾ ਇਲਾਕਾ ਹੋਵੇਗਾ, ਇਹ ਅਰਬ ਦੇਸ਼ ਵਿੱਚ ਹੀ ਹੈ। ਉਹਦੇ ਗੁਰੂ ਨਾਨਕ ਦੇਵ ਜੀ ਦੇ ਪ੍ਰੇਮੀ ਸਿੱਖ ਮੁਸਲਿਮ ਜਿਹੜੇ ਨੇ ਉਹ ਹੈਗੇ ਸਨ।
ਹੁਣ ਵੀ ਸ਼ਾਇਦ ਹੋਵਣਗੇ। ਸ੍ਰੀ ਨਾਨਕ ਗਾਦੀ ਪਰ ਜੋ ਹੈ। ਉਹ ਉੱਥੋਂ ਅਰਦਾਸ ਕਰਦੇ ਪਏ ਨੇ ਵੀ ਹੇ ਗੁਰੂ ਨਾਨਕ, ਤੁਹਾਡੀ ਗੱਦੀ ਤੇ ਇਸ ਵੇਲੇ ਜਿਹੜੇ ਹੈਗੇ ਨੇ, ਮੇਰੋ ਪ੍ਰੇਮ ਪਰਖ ਸੋ ਆਏ। ਮੇਰਾ ਪ੍ਰੇਮ ਪ੍ਰਵਾਨ ਕਰੋ ਤੇ ਆ ਕੇ ਦਰਸ਼ਨ ਦੇਵੋ। ਤੇ ਦਰਸ਼ਨ ਕੋ ਕਰਹਿ ਕਰਤਾਰਥ। ਉਹ ਮੈਨੂੰ ਆ ਕੇ ਕਿਰਤਾਰਥ ਕਰ ਦੇਵਣ ਦਰਸ਼ਨ ਕਰਕੇ। ਕਾਮਲ ਕਰਾਮਾਤ ਸਮੁਦਾਇ। ਕਾਮਲ ਪੁਰਸ਼ ਹਨ, ਵੱਡੀਆਂ ਕਰਾਮਾਤਾਂ ਦੇ ਮਾਲਕ ਹਨ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਜੋ ਇਸ ਵੇਲੇ ਹਨ। ਉਹ ਅਰਬ ਦੇਸ਼ ਵਿੱਚ ਪ੍ਰੇਮੀ ਬੇਨਤੀਆਂ ਕਰ ਰਹੇ ਹਨ। ਤਹਾਂ ਤਰੋਵਰ ਤੇ ਤਰ ਠਾਂਡੇ। ਉਹ ਬਾਲਕ ਕਹਿਣ ਲੱਗਾ, ਨਾਥ ਜੀ ਮੈਂ ਦੇਖ ਰਿਹਾ ਗੁਰੂ ਹਰਗੋਬਿੰਦ ਸਾਹਿਬ ਉੱਥੇ ਵੀ ਇੱਕ ਦਰਖਤ ਦੇ ਥੱਲੇ ਖੜੇ ਹੋਏ, ਇੱਥੇ ਵੀ ਨੇ ਤੇ ਉੱਥੇ ਵੀ ਨੇ। ਜੈ ਜੈ ਪੇਖੋਂ ਤੈ ਹਜ਼ੂਰ, ਦੂਰ ਕਤਹੁ ਨ ਜਾਈ। ਮਹਾਰਾਜ ਜੀ ਦੇ ਅਗੰਮੀ ਬੋਲ ਹਨ, ਰਵ ਰਹਾ ਸਰਬੱਤਰ ਮੈਂ ਮਨ ਸਦਾ ਧਿਆਏ। ਈਤ ਊਤ ਨਹੀਂ ਵਿਛੜੈ ਸੋ ਸੰਗੀ ਗਨੀਐ। ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਪਨੀਐ। ਮਹਾਰਾਜ ਸਦਾ ਨੇ ਤੇ ਸਭ ਜਗ੍ਹਾ ਹਨ। ਸਾਖਾ ਪਕਰੀ ਹੱਥ ਉਠਾਏ। ਇਹ ਗੱਲ ਸੱਚ ਹੈਗੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਨੇ, ਸਰਬ ਠੌਰ ਮੈਂ ਬਿਰਾਜੇ ਜਹਾਂ ਜਹਾਂ ਜਾਈਐ। ਸਭ ਜਗ੍ਹਾ ਮਹਾਰਾਜ ਆਪ ਬਿਰਾਜਮਾਨ ਹੋ। ਤੇ ਉਹ ਬਾਲਕ ਕਹਿਣ ਲੱਗਿਆ, ਇਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦੂਜਾ ਸਰੂਪ ਉੱਥੇ ਤੇ ਸ਼ਾਖਾ ਟਹਿਣੀ ਮਹਾਰਾਜ ਨੇ ਹੱਥ ਵਿੱਚ ਪਕੜੀ ਹੋਈ ਹੈ। ਮੁਰੀਦ ਸਿਦਕ ਕੋ ਲਖ। ਤੇ ਜਿਹੜੇ ਤੁਰਕ ਮਹਾਰਾਜ ਜੀ ਦੇ ਸੇਵਕ ਨੇ, ਉਹਨਾਂ ਦਾ ਸਿਦਕ ਦੇਖ ਕੇ ਬਿਨਾ ਬਿਲੰਬ ਪਹੁੰਚੇ ਤਾਏ। ਮਹਾਰਾਜ ਸੱਚੇ ਪਾਤਸ਼ਾਹ ਇੱਥੇ ਵੀ ਨੇ ਤੇ ਉੱਥੇ ਵੀ ਪਹੁੰਚੇ ਹੋਏ ਹਨ। ਕਾਲੂ ਬਿਸਮਿਓ ਸਿਗਰ ਲਈ ਨਾ। ਔਰ ਉਹ ਜਿਹੜਾ ਸੀ ਨਾ ਕਾਲੂ ਨਾਥ, ਬੜਾ ਵਿਸਮਾਦਤ ਹੈਰਾਨ ਹੋਇਆ ਵੀ ਬੜੀ ਜਲਦੀ ਇਹਨੂੰ ਕਰਾਮਾਤਾਂ ਮਿਲ ਗਈਆਂ। ਕਈ ਹੈਗੇ ਜੇ ਕਿਸੇ ਨੂੰ ਕੋਈ ਪਦਵੀ ਮਿਲ ਜਾਏ ਪਰ ਬੜੀ ਈਰਖਾ ਜਾਗਦੀ ਵੀ ਹਾਏ ਇਹਨੂੰ ਕਿਉਂ ਮਿਲ ਗਈ। ਕਿਸੇ ਦਾ ਮਕਾਨ ਬਣ ਜਾਏ ਫਿਰ ਬੜੀ ਈਰਖਾ ਜਾਗਦੀ ਵੀ ਹਾਏ ਇਹਦਾ ਕਿਉਂ ਬਣ ਗਿਆ। ਕਿਸੇ ਦਾ ਕੋਈ ਹੋਰ ਕੰਮ ਹੋ ਜਾਏ ਤੇ ਬੜੀ ਈਰਖਾ ਜਾਗਦੀ ਵੀ ਹਾਏ ਇਹਦਾ ਕਿਉਂ ਹੋ ਗਿਆ। ਕਿਸੇ ਦੇ ਘਰ ਪੁੱਤਰ ਹੋ ਜਾਏ ਬੜੀ ਸ਼ਰੀਕੇ ਵਿੱਚ ਕਈ ਵਾਰੀ ਈਰਖਾ ਜਗ ਪੈਂਦੀ ਵੀ ਇਹਦੇ ਘਰ ਕਿਉਂ ਹੋ ਗਿਆ। ਕਿਸੇ ਦਾ ਬੱਚਾ ਵਿਆਹਿਆ ਜਾਏ ਬੜੀ ਈਰਖਾ ਜਗ ਪੈਂਦੀ ਵੀ ਚੰਗੇ ਖਾਨਦਾਨ ਦੀ ਨੂੰਹ ਕਿਉਂ ਆ ਗਈ ਹੈ, ਪੜ੍ਹੀ ਲਿਖੀ ਕਿਉਂ ਆ ਗਈ ਹੈ। ਪਰ ਈਰਖਾਲੂ ਲੋਕ ਆਪਣਾ ਹੀ ਨੁਕਸਾਨ ਕਰਦੇ ਨੇ। ਜਿਸ ਤੋਂ ਈਰਖਾ ਹੁੰਦੀ ਹੈ ਪਰਮਾਤਮਾ ਉਹਨਾਂ ਦੀ ਈਰਖਾਲੂਆਂ ਦੀ ਨਹੀਂ ਸੁਣਦਾ। ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣਈ ਕਹਿਆ ਚੁਗਲ ਕਾ। ਭਾਵੇਂ ਉਹ ਜੋ ਮਰਜ਼ੀ ਉਹਦੇ ਖਿਲਾਫ ਅਰਦਾਸਾਂ ਕਰਦੇ ਰਹਿਣ, ਦੇਗਾਂ ਦਿੰਦੇ ਰਹਿਣ, ਕੜਾਹੀਆਂ ਵਰਤਾਉਂਦੇ ਰਹਿਣ, ਕੁਝ ਕਰਦੇ ਰਹਿਣ, 68 ਤੀਰਥਾਂ ਤੇ ਫਿਰਦੇ ਰਹਿਣ, ਪਰ ਪਰਮਾਤਮਾ ਨੇ ਜਿਹਨੂੰ ਵਡਿਆ ਦਿੱਤਾ ਫਿਰ ਵਾਪਸ ਨਹੀਂ ਲੈਂਦਾ। ਉਹਦੀ ਵੱਡੀ ਵਡਿਆਈ ਹੈ। ਪਰ ਇਹ ਈਰਖਾ ਨਾਲ ਭਰ ਗਿਆ ਦੇਖ ਕੇ ਵੀ ਹੈ ਕੱਲ ਆਇਆ ਤੇ ਅੱਜ ਇੰਨੀਆਂ ਕਰਾਮਾਤਾਂ ਵਾਲਾ ਬਣ ਗਿਆ ਹੈ। ਸਕਤ ਕੇ ਉਚਿਤ ਨ ਬਾਲ। ਇਹ ਤਾਂ ਇੰਨੀ ਸ਼ਕਤੀ ਬਾਲਕ ਵਿੱਚ ਨਹੀਂ ਚਾਹੀਦੀ, ਇਹ ਵੀ ਮੇਰੇ ਵਿੱਚ ਆ ਜਾਵੇ। ਸਭ ਜਹਾਨ ਕੀ ਔਰ ਸੁਧ ਪ੍ਰਾਪਤ। ਸਾਰੀ ਦੁਨੀਆ ਦੀ ਇਹਨੂੰ ਦ੍ਰਿਸ਼ਟੀ ਬਣ ਗਈ ਹੈ। ਔਰ ਦਈ ਲਖ ਕਰਮਮ ਨਾਲ। ਨਾਲੇ ਗੁਰੂ ਪਾਤਸ਼ਾਹ ਨੇ ਇਹਨੂੰ ਥੋੜੀ ਦਿੱਤੀ ਹੈ, ਇਹ ਤਾਂ ਮੇਰੇ ਨਾਲ ਆਇਆ ਤਾਂ ਮਿਲੀ ਹੈ। ਹੁਣ ਕੌਣ ਦੱਸੇ ਬਈ ਗੁਰੂ ਦਾ ਹੱਥ ਉਹਦੇ ਸਿਰ ਤੇ ਵੀ ਗਿਆ। ਤੈਨੂੰ ਵੀ ਵਡਿਆਈ ਮਹਾਰਾਜ ਨੇ ਦੇ ਦਿੱਤੀ, ਦੁੱਧ ਲਿਆਇਆ ਉਹਨੂੰ ਵੀ ਦੇ ਦਿੱਤੀ। ਇਹ ਕਹਿੰਦਾ ਨਹੀਂ ਇਹਨੂੰ ਤਾਂ ਮੇਰੇ ਕਰਕੇ ਮਿਲ ਗਈ। ਬੜੇ ਲੋਕੀ ਕਹਿਣਗੇ ਬਈ ਅੱਜ ਫਲਾਣਾ ਰਾਜਾ ਬਣ ਗਿਆ ਹੈ ਤਾਂ ਮੇਰੇ ਕਰਕੇ ਹੀ ਹੈ, ਮੈਂ ਹੀ ਬਣਾਇਆ। ਫਲਾਣੇ ਨੂੰ ਮੈਂ ਹੀ ਸਰਪੰਚ ਬਣਾ ਦਿੱਤਾ, ਫਲਾਣੇ ਨੂੰ ਮੈਂ ਹੀ MLA ਬਣਾ ਦਿੱਤਾ, ਫਲਾਣੇ ਨੂੰ ਮੈਂ ਹੀ ਮੰਤਰੀ ਬਣਾ ਦਿੱਤਾ। ਤੇ ਕਹਿਣ ਵਾਲੇ ਤਾਂ ਇਹ ਵੀ ਜਾਂਦੇ ਨੇ ਵੀ ਕਿੰਗ ਮੇਕਰ ਤਾਂ ਮੈਂ ਹੀ ਹਾਂ, ਪ੍ਰਧਾਨ ਮੰਤਰੀ ਵੀ ਮੈਂ ਹੀ ਬਣਾਇਆ। ਇਸ ਤਰ੍ਹਾਂ ਆਪਣੀ ਫੁਕਰੀ ਹਉਮੈ ਪ੍ਰਗਟ ਕਰਦੇ ਨੇ। ਇਹਦੇ ਮਨ ਵਿੱਚ ਵੀ ਇਹ ਗੱਲ ਆਈ ਵੀ ਮਿਲਿਆ ਤਾਂ ਇਹਨੂੰ ਤਾਂ ਹੈ, ਮੇਰੇ ਨਾਲ ਆਇਆ। ਇਹ ਨਹੀਂ ਪਤਾ ਵੀ ਮਿਲਿਆ ਇਸ ਲਈ ਮੈਨੂੰ ਵੀ ਕਿ ਗੁਰੂ ਕੋਲ ਆਇਆ। ਮੇਰੇ ਨਾਲ ਆਉਣ ਨਾਲ ਜਾਂ ਨਾ ਆਉਣ ਨਾਲ ਕੀ ਫਰਕ ਹੈ। ਤਿਸ ਕੇ ਸਿਰ ਪਰ ਨਿਜ ਕਰ ਕੋ ਤਰ। ਤੇ ਉਸ ਬੱਚੇ ਦੇ ਸਿਰ ਤੇ ਮਨ ਵਿੱਚ ਈਰਖਾ ਕਰਕੇ ਵੀ ਮੇਰੇ ਜਿੰਨਾ ਕਰਾਮਾਤੀ ਇਹ ਵੀ ਹੋ ਗਿਆ, ਉਹਦੇ ਸਿਰ ਤੇ ਹੱਥ ਰੱਖ ਕੇ ਚੀ ਤੂਰਨ ਇਸ ਵਿਧ ਨਾਲ। ਸਾਰੀਆਂ ਉਹਦੇ ਵਿੱਚ ਜਿਹੜੀਆਂ ਸ਼ਕਤੀਆਂ ਸਨ ਇਸ ਢੰਗ ਨਾਲ
ਖਿੱਚ ਲਈਆਂ। ਬੋਲ ਤੀਨ ਮੈਂ ਫੂਲ ਸੋ ਬਲ ਤੇ। ਔਰ ਇਸ ਤਰ੍ਹਾਂ ਦੇ ਨਾਲ ਜਿਵੇਂ ਤੀਲਾ ਪੋਲਾ ਹੁੰਦਾ ਨਾ, ਸਟ੍ਰੋ ਹੁੰਦਾ, ਉਹਦੇ ਵਿੱਚ ਫੂਕ ਦੇ ਬਲ ਨਾਲ, ਸਾਹ ਦੇ ਬਲ ਨਾਲ, ਜਲ ਕੋ ਖੈਂਚ ਲੇਤ ਤਤਕਾਲ। ਜਿਵੇਂ ਕੋਈ ਪਾਣੀ ਨੂੰ ਉਸ ਸਟਰਾ ਵਿੱਚ ਖਿੱਚ ਕੇ ਪੀ ਲੈਂਦਾ ਹੈ, ਮਨ ਬੋਝਤ ਪਾਇਬ ਸੁਧ ਤੇ ਦੀਜੈ। ਫਿਰ ਸਾਰੀਆਂ ਉਹਦੀਆਂ ਸ਼ਕਤੀਆਂ ਉਹਦੇ ਸਿਰ ਤੇ ਹੱਥ ਰੱਖ ਕੇ ਖਿੱਚ ਲਈਆਂ। ਈਰਖਾ ਭਰੇ ਨੇ ਵੀ ਮੇਰੇ ਕੋਲ ਹੋਰ ਹੋ ਜਾਣ, ਇਹਨੂੰ ਕੀ ਲੋੜ ਹੈਗੀ ਹੈ, ਕੀ ਕੀਤਾ ਇਹਨੇ, ਦੁੱਧ ਵੀ ਮੇਰਾ, ਨਾਲ ਵੀ ਮੇਰੇ ਆਇਆ, ਘੜਾ ਵੀ ਮੇਰਾ, ਤੇ ਮੇਰੇ ਬਰਾਬਰ ਹੋ ਗਿਆ। ਇਸ ਤਰ੍ਹਾਂ ਦੇ ਨਾਲ ਜਿਹੜਾ ਸੀ ਨਾ ਮਨ ਵਿੱਚ ਈਰਖਾ ਜਾਗੀ ਹੈ, ਤੇ ਇਸ ਤਰ੍ਹਾਂ ਫਿਰ ਬਾਲਕ ਪਹਿਲਾਂ ਵਾਂਗੂ ਹੀ ਹੋ ਗਿਆ। ਬਾਲਕ ਪਨਿਓ ਨ ਮੈਂ ਕੁਛ ਤੇ ਜਾਣ। ਆਖਣ ਲੱਗਾ ਵੀ ਹੁਣ ਦੱਸ ਗੁਰੂ ਦਾ ਦੂਜਾ ਸਰੂਪ ਕਿੱਥੇ ਹੈ। ਤੇ ਉਹ ਬਾਲਕ ਕਹਿਣ ਲੱਗਾ ਜੀ ਮੈਨੂੰ ਤਾਂ ਹੁਣ ਕੁਝ ਨਜ਼ਰ ਨਹੀਂ ਆ ਰਿਹਾ, ਮੈਨੂੰ ਤਾਂ ਇੱਥੇ ਹੀ ਮਹਾਰਾਜ ਨਜ਼ਰ ਆ ਰਹੇ ਹਨ। ਸ੍ਰੀ ਹਰਿ ਗੋਬਿੰਦ ਹਿਰਦੈ ਵਿਚਾਰੀ। ਗੁਰੂ ਪਾਤਸ਼ਾਹ ਜੀ ਨੇ ਆਪਣੇ ਹਿਰਦੇ 'ਚ ਵਿਚਾਰਿਆ, ਸਿਸਕੀ ਅਰਹਮਦਈ ਮਹਾਨ। ਇਸ ਨੂੰ ਤੇ ਬਾਲਕ ਨੂੰ ਇਹ ਮਹਾਨ ਸ਼ਕਤੀ ਤਾਂ ਅਸਾਂ ਹੀ ਦਿੱਤੀ ਹੈ। ਕਾਲ ਨ ਕਾਲੀ ਸੰਗ ਰਹਿਓ ਨ। ਇਹ ਮਨ ਵਿੱਚ ਸੋਚਦਾ ਵੀ ਨਾ ਕੋਈ ਘਾਲ ਕਾਲੀ ਹੈ ਨਾ ਸਾਥ ਰਿਹਾ। ਇਹ ਨਾਥ ਨੇ ਵੀ ਤਾਂ ਕੋਈ ਇੰਨੀ ਵੱਡੀ ਘਾਲ ਨਹੀਂ ਕਾਲੀ, ਨਾਲ ਵੀ ਨਹੀਂ ਰਿਹਾ, ਹੁਣੇ ਹੀ ਆਇਆ ਹੈ। ਅਬ ਪਰਖ ਨਿਸ਼ਚਾ ਇਸ ਥਾਨ। ਔਰ ਹੁਣ ਇਸ ਥਾਂ ਤੇ ਨਿਸ਼ਚਾ ਜਿਹੜਾ ਹੈ ਨਾਥ ਦਾ ਉਹ ਪਰਖ ਲੈਂਦੇ ਹਾਂ। ਇਕ ਲੋਟਾ ਤਿਸਨ ਕਟ ਅਧਿਕ ਪ੍ਰਿਯ। ਉਹਦੇ ਕੋਲ ਇੱਕ ਉਹਦਾ ਬੜਾ ਮਕਬੂਲ ਲੋਟਾ ਹੈਗਾ ਸੀ, ਗੜਵੀ ਹੱਥ ਪੜੀ ਹੋਈ, ਉਹਨੂੰ ਬੜੀ ਪਿਆਰੀ ਲੱਗਦੀ ਸੀ, ਬੜੀ ਸੋਹਣੀ ਬਣੀ ਹੋਈ ਸੀ। ਕਈਆਂ ਦੀਆਂ ਕੁਝ ਚੀਜ਼ਾਂ ਖਾਸ ਪਸੰਦ ਹੁੰਦੀਆਂ, ਬੱਚਿਆਂ ਦਾ ਵੀ ਹੁੰਦਾ ਹੈ ਬਈ ਉਹਨਾਂ ਨੇ ਆਪਣੇ ਗਲਾਸ 'ਚ ਹੀ ਦੁੱਧ ਪੀਣਾ ਹੁੰਦਾ, ਉਹਨਾਂ ਨੇ ਆਪਣੇ ਬਿਸਤਰੇ 'ਤੇ ਹੀ ਸੌਣਾ ਹੁੰਦਾ। ਇਹ ਤੇ ਕੁੱਕਰਾਂ ਦਾ ਵੀ ਹੁੰਦਾ ਬਈ ਉਹ ਆਪਣੀ ਪਸੰਦ ਦਾ ਭੋਜਨ ਕਰਦੇ ਨੇ, ਆਪਣੀ ਪਸੰਦ ਨਾਲ ਬੈਠਦੇ ਨੇ ਔਰ ਸੈਰ ਆਦਿ ਕਰਦੇ ਨੇ। ਇਹ ਤਾਂ ਮੈਂ ਅਰਜ਼ ਕਰਾਂ ਸਭ ਦੀ ਕੋਈ ਨਾ ਕੋਈ ਪਸੰਦ ਹੁੰਦੀ। ਘਰ ਵਿੱਚ ਵੀ ਕੋਈ ਚੀਜ਼ ਪਸੰਦ ਹੋ ਜਾਂਦੀ ਹੈ ਬਈ ਮੈਂ ਆਹ ਪਲੇਟ ਲੈਣੀ ਹੈ, ਮੈਂ ਇੱਥੇ ਬਹਿ ਕੇ ਭੋਜਨ ਕਰਨਾ ਹੈ, ਜਾਂ ਡਾਈਨਿੰਗ ਟੇਬਲ ਹੈ ਤੇ ਫਲਾਣੀ ਚੇਅਰ 'ਤੇ ਬੈਠਣਾ ਹੈ। ਇਸ ਤਰ੍ਹਾਂ ਕੁਝ ਬੰਦਿਆਂ ਦੀ ਪਸੰਦ ਹੁੰਦੀ। ਉਹ ਲੋਟਾ ਇਹਦੀ ਪਸੰਦ ਦਾ ਸੀ ਤੇ ਮਹਾਰਾਜ ਨੇ ਕਿਹਾ ਕਿਸੂ ਦੇਸ ਤੇ ਸੁੰਦਰ ਆਨ। ਮਹਾਰਾਜ ਕਹਿਣ ਲੱਗੇ ਕਿਸੇ ਦੇਸ਼ ਤੋਂ ਬੜਾ ਸੋਹਣਾ ਲੋਟਾ ਤੂੰ ਲਿਆਂਦਾ ਹੈ। ਸੋ ਸਤਗੁਰ ਤਬ ਜਾਚਨ ਕੀ। ਮਹਾਰਾਜ ਕਹਿਣ ਲੱਗੇ ਆ ਜਿਹੜਾ ਲੋਟਾ ਤੇਰੇ ਕੋਲ ਹੈ ਸਾਨੂੰ ਦੇ ਦੇ। ਹਮਕੋ ਦੇਹੋ ਬਨਿਓ ਇਹੋ ਚਾਰ। ਬੜਾ ਸੋਹਣਾ ਬਣਿਆ ਤੇ ਸਾਡਾ ਮਨ ਕਹਿੰਦਾ ਇਹ ਲੋਟਾ ਸਾਡੇ ਕੋਲ ਹੋਵੇ, ਸਾਨੂੰ ਦੇ ਦੇ ਲੋਟਾ। ਕਾਲੂ ਕਹਿਓ ਅਧਿਕ ਪ੍ਰਿਯ ਮੇਰੋ। ਤੇ ਕਾਲੂ ਕਹਿਣ ਲੱਗਾ ਕਰਾਮਾਤ ਤੇ ਆ ਗਈ ਸੀ ਪਰ ਦਾਨੀ ਸੁਭਾਅ ਨਹੀਂ ਸੀ, ਭੇਟਾ ਕਰਨ ਵਾਲਾ ਸੁਭਾਅ ਨਹੀਂ ਸੀ, ਪਕੜ ਜਕੜ ਬੜੀ ਸੀ, ਲੋਟਾ ਛੱਡਣਾ ਨਹੀਂ। ਜਿਵੇਂ ਮਨ ਕਰ ਮੁਸਤੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹਾਥ ਪਸਾਰ ਛੂਟਨ ਕੋ ਸਹਸਾ ਪਰਿਓ ਮਨ ਬੌਰਾ ਰੇ, ਨਾਚਿਓ ਘਰ ਘਰ ਬਾਹਰ। ਮਹਾਰਾਜ ਕਹਿਣ ਲੱਗੇ ਸਾਨੂੰ ਬੜਾ ਪਸੰਦ ਹੈ ਤੇ ਲੋਟਾ ਸਾਨੂੰ ਦੇ ਦੇ। ਔਰ ਇਸ ਤਰ੍ਹਾਂ ਕਹਿਣ ਲੱਗਾ ਮਹਾਰਾਜ ਮੇਰਾ ਵੀ ਬੜਾ ਪਸੰਦ ਹੈ। ਨਿਤ ਰਾਖੋਂ ਸੁਧ ਭਲੇ ਸੁਧਾਰ। ਮਹਾਰਾਜ ਸੱਚੇ ਪਾਤਸ਼ਾਹ ਮੈਂ ਇਹਨੂੰ ਬੜੇ ਧਿਆਨ ਨਾਲ ਮਾਂਜ ਕੇ ਪੂੰਝ ਕੇ ਆਪਣੇ ਕੋਲ ਰੱਖਦਾ ਹਾਂ। ਇਹ ਨਾ ਦਿਓ ਜਾਏ ਕਬ ਮੋਤੇ। ਮਹਾਰਾਜ ਸੱਚੇ ਪਾਤਸ਼ਾਹ ਕੋਈ ਹੋਰ ਚੀਜ਼ ਕਹਿੰਦੇ ਤਾਂ ਮੈਂ ਦੇ ਦਿੰਦਾ, ਇਹ ਲੋਟਾ ਮੇਰੇ ਕੋਲ ਨਹੀਂ ਦਿੱਤਾ ਜਾਣਾ, ਇਹ ਲੋਟਾ ਤਾਂ ਮੇਰਾ ਬਹੁਤ ਹੀ ਪਸੰਦ ਹੈ। ਮਹਾਰਾਜ ਕਹਿਣ ਲੱਗੇ ਸਾਨੂੰ ਵੀ ਪਸੰਦ ਹੈ। ਕਹਿਣ ਲੱਗਾ ਮਹਾਰਾਜ ਮੈਂ ਨਹੀਂ ਦੇ ਸਕਦਾ, ਇਹ ਲੋਟਾ ਮੇਰੇ ਨਾਲ ਹੀ ਰਹੇਗਾ। ਜੀਵਤ ਤਿਆਗ ਨ ਸਕੋਂ ਵਿਚਾਰ। ਮਹਾਰਾਜ ਸੱਚੇ ਪਾਤਸ਼ਾਹ ਜਿਉਂਦਿਆਂ ਜੀ ਇਹੋ ਜਿਹਾ ਸੋਹਣਾ ਲੋਟਾ ਗੜਵੀ ਮੈਂ ਕਿਸੇ ਨੂੰ ਨਹੀਂ ਦੇ ਸਕਦਾ। ਲੋਟੇ ਸਹਤ ਅਧਿਕ ਲੋਟੇ ਸਹਤ ਆਪ ਕੋ ਮੈਂ ਨਿਤ। ਪਰ ਹੇ ਸੱਚੇ ਪਾਤਸ਼ਾਹ ਮੈਂ ਲੋਟੇ ਸਮੇਤ ਆਪ ਦਾ ਦਾਸ ਹੈਗਾ, ਲੋਟਾ ਵੀ ਮੇਰੇ ਨਾਲ ਹੀ ਰਹੇਗਾ। ਇਹ ਬਖਸ਼ੋ ਮੋ ਗੁਰੂ ਦਾਰ। ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਬਖਸ਼ੋ, ਮੈਂ ਲੋਟਾ ਨਹੀਂ ਦੇਣਾ, ਮੈਂ ਲੋਟੇ ਨਾਲ ਹੀ ਤੁਹਾਡਾ ਸੇਵਕ ਹਾਂ ਤੇ ਲੋਟਾ ਵੀ ਮੇਰੇ ਕੋਲ ਰਹੇਗਾ। ਸ੍ਰੀ ਹਰਿ ਗੋਬਿੰਦ ਲਖ ਬਹੁ ਮਮਤਾ। ਮਹਾਰਾਜ ਕਹਿਣ ਲੱਗੇ ਬੜੀ ਪਕੜ ਹੈ, ਲੋਟਾ ਵੀ ਨਹੀਂ ਖਾਲੀ ਵੀ ਨਹੀਂ ਦੇ ਸਕਦਾ। ਅਮਨਾਥਨ ਕੋ ਨਾਥ ਬਣਾ। ਅਸੀਂ ਤਾਂ ਇਹਨੂੰ ਨਾਥਾਂ ਦਾ ਵੀ ਨਾਥ ਬਣਾ ਦਿੱਤਾ ਹੈ। ਤੇਰੇ ਉਹ ਪ੍ਰਥਮ ਸਮੂਹ ਜੈ। ਪਰ ਇਹ ਇੰਨੀ ਪਕੜ ਜਕੜ ਰੱਖਣ ਵਾਲਾ ਤਾਂ ਪਹਿਲਾਂ ਵਰਗਾ ਹੀ ਠੀਕ ਹੈ। ਇਹਨੂੰ ਨਾਥਾਂ ਦਾ ਨਾਥ ਬਣਾਉਣਾ, ਕਰਾਮਾਤਾਂ ਦੇਣੀਆਂ ਇਹ ਚੰਗੀ ਗੱਲ ਨਹੀਂ ਹੈ।
ਇਹ ਤਾਂ ਆਪਣੇ ਹੀ ਸਵਾਰਥ ਲਈ ਵਰਤੇਗਾ। ਨਹੀਂ ਬਾਕ ਮਾਨਿਓ ਮਨ ਲਿਆਏ। ਤੇ ਸਾਡੇ ਬਚਨ ਮੰਨਿਆ ਹੀ ਨਹੀਂ ਲੋਟਾ ਦੇਣ ਵਾਲਾ, ਅਸੀਂ ਤਾਂ ਖਾਲੀ ਲੋਟਾ ਹੀ ਮੰਗਿਆ ਹੈ ਲਈ। ਤੇ ਮਹਾਰਾਜ ਲੈਣਾ ਵੀ ਨਹੀਂ ਸੀ, ਬਾਲੀ ਦੇਖ ਹੀ ਰਹੇ ਸੀ। ਤੇ ਖੋਰੇ ਲੋਟੇ ਦੇ ਬਦਲੇ ਕੀ ਕੀ ਦੇ ਦਿੰਦੇ, ਅੱਗੇ ਹੀ ਬੜਾ ਕੁਝ ਦਿੱਤਾ ਹੈ। ਲਈ ਬਾਲ ਤੇ ਆਪ ਪਇਓ ਵੱਡ। ਔਰ ਇਸ ਤਰ੍ਹਾਂ ਲਈ ਬਾਲ ਤੇ ਬਾਲਕ ਤੋਂ ਇਹਨੇ ਸ਼ਕਤੀ ਖਿੱਚ ਲਈ ਤੇ ਆਪ ਵੱਡਾ ਸ਼ਕਤੀਵਾਨ ਬਣਿਆ ਫਿਰਦਾ ਹੈ। ਉਹ ਕੋ ਪਈ ਨ ਉਚਿਤੀ ਸਿਪਾਏ। ਆ ਭਾਈ ਤੈਨੂੰ ਵੀ ਇਹ ਗੱਲ ਚੰਗੀ ਨਹੀਂ ਬਣਦੀ, ਚੰਗੀ ਗੱਲ ਨਹੀਂ ਹੈ। ਵੇ ਮਾਤਰ ਗੁਰੂ ਕੋ ਤਿਮ ਮਿਹੀ। ਕਹਿਣ ਮਾਤਰ ਹੀ ਤੂੰ ਗੁਰੂ ਦਾ ਹੈ। ਕਾਲੂ ਹੋਇਓ ਸਹਿਜ ਸੁਭਾਏ। ਇਸ ਕਰਕੇ ਤੇਰੇ ਵਿੱਚ ਵੀ ਕਰਾਮਾਤ ਨਹੀਂ ਚਾਹੀਦੀ, ਫਿਰ ਪਹਿਲਾਂ ਵਰਗਾ ਹੀ ਖਾਲੀ ਹੋ ਗਿਆ। ਹਿਰਦੈ ਵਿਸੂਰਤ ਬੰਧਨ ਕਰ। ਬੜਾ ਉਦਾਸ ਹੋਇਆ ਤੇ ਮੱਥਾ ਟੇਕ ਕੇ ਦੇਉ ਆਪਣੇ ਥਾਨ ਮਜਾਰ। ਆਪਣੇ ਥਾਂ ਜਾ ਪਹੁੰਚਿਆ। ਤਰੇ ਨਿਮਰਤਾ ਪ੍ਰਾਪਤ ਹੋਈ। ਨਮਰਤਾ ਦੇ ਜੋ ਬੋਲ ਬੋਲੇ ਸੁਣ, ਉਸ ਕਰਕੇ ਸ਼ਕਤੀਆਂ ਮਿਲੀਆਂ ਸਨ। ਗੁਣ ਗੁਰ ਮਾਇਆ ਪ੍ਰਬਲ ਉਦਾਰ। ਫਿਰ ਗੁਰੂ ਦੀ ਮਾਇਆ ਵਰਤ ਗਈ, ਨਹੀਂ ਸਾਂਭ ਸਕਿਆ। ਪਰਮਾਇਓ ਨੈ ਸਮਝ ਸਕਿਓ ਮਨ। ਮਾਇਆ ਨੇ ਭਰਮਾ ਲਿਆ ਤੇ ਮਨ ਵਿੱਚ ਸਮਝ ਨਾ ਸਕਿਆ। ਕਾਲੂ ਕੀ ਗਾਥ ਵਿਚਾਰ। ਇਸ ਤਰ੍ਹਾਂ ਇਹ ਕਾਲੂ ਨਾਥ ਦੀ ਗਾਥਾ ਹੈ, ਵਿਚਾਰੋ। ਅਵਲੋ ਥਾਨ ਤਹਾਂ ਤਿਸ ਕੇ। ਭਾਈ ਸਾਹਿਬ ਕਹਿੰਦੇ ਨੇ ਹੁਣ ਤੱਕ ਉਹਦਾ ਥਾਂ ਉੱਥੇ ਹੈਗਾ ਬਿਦਤੇ ਹੈ, ਹੈ ਤਿਸ ਦੇਸ ਮਜਾਰ। ਉੱਥੇ ਸਭ ਨੂੰ ਪਤਾ ਹੈ ਇਸ ਬਾਰੇ। ਦੋਹਰਾ ਧੀਵਰ ਕਾਲ ਔਰ ਹੈ ਤਿਸ ਕੀ ਕਥਾ ਨ ਇਹ ਜਾਣ। ਧੀਵਰ ਨਾਮ ਦਾ ਕਾਲੂ ਇੱਕ ਹੋਰ ਹੈਗਾ, ਇਹ ਉਹਦੀ ਕਥਾ ਨਹੀਂ ਹੈ। ਗ੍ਰਾਮ ਨਿਥਾਣੇ ਸੋ ਵਸੈ ਸੁਨ ਸਰੋਤਾ ਸਵਧਾਨ। ਭਾਈ ਸਾਹਿਬ ਕਹਿੰਦੇ ਨੇ ਧਿਆਨ ਨਾਲ ਸੁਣੋ, ਗ੍ਰਾਮ ਨਥਾਣੇ ਵਿੱਚ ਵਸਦਾ ਸੀ ਉਹ ਇੱਕ ਹੋਰ ਕਾਲੂ ਧੀਵਰ ਹੈ, ਉਹਦੀ ਕਥਾ ਵੱਖਰੀ, ਉਹ ਵੱਖਰਾ ਹੈ, ਇਹ ਵੱਖਰਾ। ਭਾਈ ਸਾਹਿਬ ਜੀ ਨੇ ਬੜਾ ਸੋਹਣਾ ਖੁਲਾਸਾ ਕਰ ਦਿੱਤਾ। ਅਗਲੀ ਵਿਚਾਰ ਹੁਣ ਕੱਲ ਆਪ ਪ੍ਰੇਮ ਸਹਿਤ ਮਹਾਰਾਜ ਸਮਾਂ ਸਿਹਤ ਬਖਸ਼ਣ ਸਰਵਣ ਕਰੋਗੇ। ਬੜੀ ਇਕਾਗਰਤਾ ਤੇ ਪ੍ਰੇਮ ਨਾਲ ਆਪ ਸਭ ਨੇ ਸਰਵਣ ਕੀਤਾ ਹੈ। ਮਹਾਰਾਜ ਸਭ ਦੀਆਂ ਹਾਜ਼ਰੀਆਂ ਆਪਣੇ ਦਰ ਪ੍ਰਵਾਨ ਕਰਨ। ਆਓ 2 ਮਿੰਟ ਵਾਸਤੇ ਮਹਾਰਾਜ ਜੀ ਦੇ ਮਹਾਮੰਤਰ ਗੁਰਮੰਤਰ ਨਾਲ ਜੁੜੀਏ, ਫਿਰ ਖਿਮਾ ਪ੍ਰਾਰਥੀ ਹੋਵਾਂਗੇ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।